हाँ जी, सत श्री अकाल जी सारे बच्चों ਨੂੰ ਵੈਰੀ ਗੁੱਡ ਈਵਨਿੰਗ ਜੀ। ਸਵਾਗਤ ਹੈ ਤੁਹਾਡਾ ਉਡਾਨ ਇੰਸਟੀਚਿਊਟ ਬਠਿੰਡਾ ਦੇ ਆਨਲਾਈਨ। ਜਿਵੇਂ ਕਿ ਨਵੀਂ ਇੰਗਲਿਸ਼ ਪੈਡਾਗੋਜੀ ਦੇ ਸਵਾਲਾਂ ਦੀ ਸੀਰੀਜ਼ ਜਿਹੜੀ ਹੈ ਉਹ ਸਟਾਰਟ ਕਰੀ ਹੈ ਤੇ ਇਸ ਸੀਰੀਜ਼ ਦੇ ਵਿੱਚ ਅਸੀਂ ਪੇਪਰ ਤੱਕ ਕੰਟੀਨਿਊਸਲੀ ਜਿਹੜੇ ਇੰਪੋਰਟੈਂਟ ਐਮਸੀਕਿਊਜ਼ ਰਹਿਣਗੇ ਉਹਨਾਂ ਨੂੰ ਡਿਸਕਸ ਕਰਦੇ ਰਹਾਂਗੇ। और यह बहुत जरूरी सबजैक्ट है, यह बहुत इंपॉर्टेंट विषय है जिन्होंने लैके बच्चे अक्सर कन्फ्यूज होंगे ने, क्योंकि तुसी कितना मर्जी थ्योरी पढ़ लो, किते ना किते जे असी पैडागोजी की गल करिए तो बहुत सारा डाउट वाला जिहड़ा सैशन है वो बच जाता है। असली डाउट निकलते ने, असली कॉन्सैप्ट क्लीयर होंगे ने जदों असी एमसीक्यूज नूं हल करते हैं। तो आजो जी सारे जने, वैरी गुड ईवनिंग सारे बच्चों नूं, सत श्री अकाल। जिहड़े जुड़ रहे ने बच्चे, 1-2 मिनट का समा लैने आ ताकि बच्चे अपनी क्लास दे विच प्रॉपर जुड़ जाण। और SP बुटर कह रहे जी किसान एकता जिंदाबाद, बिल्कुल जिंदाबाद जी, बिल्कुल जिंदाबाद। सो बेसिकली उन्हां दीयां जिहड़ियां मंगां ने वो जैन्युइन हैगियां ने, उस विषय ਨੂੰ ਲੈ ਕੇ ਵੀ ਆਪਾਂ ਕਦੇ ਚਰਚਾ ਕਰਾਂਗੇ। ਸਤਿ ਸ਼੍ਰੀ ਅਕਾਲ ਅਮਿਤ, ਨਵਨੋਤ ਸਤਿ ਸ਼੍ਰੀ ਅਕਾਲ, ਕੁਲਵਿੰਦਰ ਵੈਰੀ ਗੁੱਡ ਈਵਨਿੰਗ, ਸੰਦੀਪ, ਜੱਸੀ, ਰਵਿੰਦਰ, ਸਰਵਣ। ਜਿਹੜੇ ਬੱਚੇ ਮੈਨੂੰ ਸੁਣ ਪਾ ਰਹੇ ਨੇ ਬਸ ਕੀ ਕਰਨਾ ਹੈ, ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦੇਣਾ ਹੈਗਾ। ਜਿਹੜੇ ਬੱਚੇ ਜੁੜਦੇ ਨੇ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤਾਂ ਕਿ ਤੁਹਾਡੇ ਨਾਲ ਅਸੀਂ ਵੀ ਮੋਟੀਵੇਟ ਫੀਲ ਕਰੀਏ। ਅਸੀਂ ਤੁਹਾਨੂੰ ਮੋਟੀਵੇਟ ਕਰਦੇ ਹਾਂ, ਤੁਸੀਂ ਸਾਨੂੰ ਮੋਟੀਵੇਟ ਕਰਨਾ ਹੈ। ਮੈਂ ਆਪਾਂ ਦੋਵੇਂ ਪਾਰਟੀਜ਼ ਇੱਕ ਦੂਜੇ ਨੂੰ ਮੋਟੀਵੇਟ ਕਰਕੇ ਕੰਮ ਖਿੱਚਣਾ ਹੈਗਾ ਤੇ ਪੇਪਰ ਕੱਢਣਾ ਹੈਗਾ। ਲਾਈਕ ਦਾ ਬਟਨ ਬਿਨਾਂ ਪ੍ਰੈਸ ਕਰੇ ਨਾ ਰਿਹਾ ਕਰੋ। ਔਰ ਅਸੀਂ ਕਲਾਸ ਦੇ ਵਿੱਚ ਆਪਣੇ ਅੱਜ ਦੇ ਪਹਿਲੇ ਸਵਾਲ ਤੋਂ ਸ਼ੁਰੂਆਤ ਕਰਦੇ ਹਾਂ। बड़ा ध्यान नाल सवाल पढ़ना है पहला, बड़े ध्यान नाल क्वेश्चन पढ़ना है पहला। अ मदर आस्क्ड द टीचर ऑफ क्लास सेकंड, कहंदे दूसरी क्लास वाला बच्चा है, सैकेंड क्लास वाला बच्चा है, ਉਹਦੀ ਮੰਮੀ ਉਹਦੇ ਟੀਚਰ ਤੋਂ ਇੱਕ ਕੁਐਸਚਨ ਪੁੱਛਦੀ ਹੈ। ਕੀ ਪੁੱਛਦੀ ਹੈ? how it was possible for her child to sometimes say things, ਕਿ ਕਈ ਵਾਰੀ ਉਹਦਾ ਬੱਚਾ, ਉਹਦੀ ਬੱਚੀ ਸ਼ੀ ਲੱਗਿਆ ਹੋਇਆ, ਉਹਦੀ ਬੱਚੀ ਕਈ ਵਾਰੀ ਅਜਿਹੀਆਂ ਗੱਲਾਂ ਵੀ ਕੀ ਕਰ ਦਿੰਦੀ ਹੈਗੀ, ਅਜਿਹੀਆਂ ਗੱਲਾਂ ਵੀ ਬੋਲ ਦਿੰਦੀ ਹੈ that she had never heard any adult or sibling say। मतलब ਆਪਾਂ ਇੱਕ ਸੈਕਿੰਡ ਕਲਾਸ ਦੀ ਬੱਚੀ ਦੀ ਮੰਮੀ ਉਹਦੇ ਟੀਚਰ ਨੂੰ ਸਵਾਲ ਪੁੱਛਦੀ ਹੈ ਕਿ ਮੇਰਾ ਬੱਚਾ ਕਈ ਵਾਰੀ ਘਰੇ ਇਹੋ ਜਿਹੀਆਂ ਗੱਲਾਂ ਵੀ ਕਰਦਾ ਹੈ ਜਿਹੜੀਆਂ ਉਹਨੇ ਕਿਸੇ ਤੋਂ ਨਹੀਂ ਸੁਣੀਆਂ ਹੁੰਦੀਆਂ। ਤਾਂ ਇਹ ਕਿਵੇਂ ਪੋਸੀਬਲ ਹੈ? how is it possible? ਹੁਣ ਦੇਖੋ, ਕਈ ਵਾਰੀ ਤੁਹਾਡੇ ਘਰੇ ਵੀ ਆਲੇ ਦੁਆਲੇ ਵੀ ਨਿੱਕੇ ਬੱਚੇ ਹੋਣੇ ਨੇ, ਕਈ ਗੱਲਾਂ ਕਈ ਵਾਰੀ ਉਹ ਗਾਲਾਂ ਹੀ ਕੱਢਣ ਲੱਗ ਜਾਂਦੇ ਨੇ। ਆਪਾਂ ਸੋਚਦੇ ਹਾਂ ਵੀ ਯਾਰ ਅਸੀਂ ਤਾਂ ਕਦੇ ਘਰੇ ਗਾਲ ਹੀ ਨਹੀਂ ਕੱਢੀ ਹੈਗੀ, ਫਿਰ ਇਹ ਗਾਲ ਕਿੱਥੋਂ ਸਿੱਖਿਆ ਆ? ਜਾਂ ਉਹ ਕਈ ਵਾਰੀ ਕੋਈ ਕਮਾਲ ਦੀ ਗੱਲ ਕਰਦਾ, ਅਸੀਂ ਉਦੋਂ ਵੀ ਸ਼ੌਕ ਹੁੰਨੇ ਆ ਵੀ ਯਾਰ ਅਸੀਂ ਇਹ ਗੱਲ ਇਹਦੇ ਸਾਹਮਣੇ ਕਰੀ ਨਹੀਂ, ਫਿਰ ਵੀ ਇਹਨੂੰ ਗੱਲ ਕਿਵੇਂ ਪਤਾ ਲੱਗ ਗਈ? ਉਹਦੇ ਪਿੱਛੇ ਕੀ ਕਾਰਨ ਹੈ? ਪਹਿਲਾ ਆਪਸ਼ਨ, ਐਜ਼ ਪਰ ਦਾ ਕੰਸਟਰਕਟਿਵਿਸਟ ਅਪਰੋਚ children can invent new language, बिल्कुल गलत है। सैकेंड क्लास का बच्चा है, कहते इन्वेंट न्यू लैंग्वेज, मतलब वो इन्ना कंस्ट्रक्टिव है भी उन्हें नवी भाषा ही की कर ली, इन्वेंट कर ली। की बच्चा कर सकता है नवी भाषा इन्वेंट? की निक्के बच्चे दी इन्नी क्रिएटिविटी हैगी आ? बिल्कुल भी नहीं हैगी। तो पहला ऑप्शन हो गया गलत। लाइक शेयर कर दो जी सैशन नूं, लाइक शेयर करे बिना ना रहा करो। कई बच्चे नहीं लाइक करते, जिन्हां दे पैसे लगते हो ना ही लाइक करा करो यार, जिन्हां दे लगते नहीं वो लाइक कर दिया करो, है ना। हाँ जी, अगला पॉइंट, children learn language only by imitating adults। ਕਹਿੰਦੇ ਵੀ ਜਦੋਂ ਅਡਲਟਸ ਨੂੰ ਸੁਣਦਾ, ਅਡਲਟ ਮਤਲਬ ਉਹਦੇ ਘਰੇ ਜਿਹੜੇ ਵੀ ਵੱਡੇ ਬੰਦੇ ਨੇ, ਉਹਦੀ ਮੰਮੀ, ਉਹਦੀ ਡੈਡੀ, ਜਾਂ ਉਹਦਾ ਚਾਚਾ ਚਾਚੀ, ਜਾਂ ਉਹਦਾ ਕੋਈ ਵੱਡਾ ਕਜ਼ਨ, ਉਹਨੂੰ ਕਹਿੰਦੇ ਉਹਨੂੰ ਇਮੀਟੇਟ ਕਰਦਾ ਹੈਗਾ। ਇਮੀਟੇਟ ਦਾ ਮਤਲਬ ਕੀ ਹੁੰਦਾ? ਬੱਚਾ ਕੀ ਕਰਦਾ? ਨਕਲ ਕਰਦਾ ਹੈਗਾ। ਫਿਰ ਜੇ ਕਿਤੇ ਇਹਨਾਂ ਨੇ ਕੀ ਲਿਖਿਆ, ਚਿਲਡਰਨ ਲਰਨ ਲੈਂਗੁਏਜ ਓਨਲੀ ਬਾਏ, ਕਹਿੰਦੇ ਸਿਰਫ ਜਿਹੜੀ ਭਾਸ਼ਾ ਇੱਕ ਬੱਚਾ ਉਦੋਂ ਸਿੱਖਦਾ ਹੈ ਜਦੋਂ ਉਹ ਆਪਣੇ ਆਲੇ ਦੁਆਲੇ ਦੇ ਲੋਕਾਂ ਨੂੰ ਕੀ ਕਰਦਾ? ਇਮੀਟੇਟ ਕਰਦਾ। ਜਦ ਕਿ ਗੱਲ ਤਾਂ ਇਹ ਪੁੱਛੀ ਜਾ ਰਹੀ ਹੈ ਕਿ ਬੱਚਾ ਉਹੇ ਜਿਹੇ ਸ਼ਬਦ ਵੀ ਕਹਿ ਦਿੰਦਾ ਜਿਹੜੇ ਉਹਨੇ ਕਦੇ ਸੁਣੇ ਨਹੀਂ। ਜੇ ਤਾਂ ਉਹ ਇਮੀਟੇਟ ਕਰਦਾ ਹੁੰਦਾ ਫਿਰ ਤਾਂ ਉਹਨਾਂ ਸ਼ਬਦਾਂ ਨੂੰ ਸੁਣਦਾ ਹੁੰਦਾ, ਪਰ ਬੱਚਾ ਕੀ ਕਹਿ ਰਿਹਾ ਜਿਹੜਾ ਉਹਨੇ ਕਦੇ ਵੀ ਅੱਜ ਤੱਕ ਨਹੀਂ ਸੁਣਿਆ। ਤਾਂ ਇਹਦਾ ਮਤਲਬ ਸੈਕਿੰਡ ਆਪਸ਼ਨ ਵੀ ਆਪਣੇ ਕੋਲੇ ਕੀ ਹੋ ਗਿਆ? ਗਲਤ ਹੋ ਗਿਆ। ਚੌਮਸਕਾਈ ਨੂੰ ਯਾਦ ਕਰੋ, ਬਾਬਾ ਚੌਮਸਕਾਈ ਵੈਲੀ ਨੂੰ ਯਾਦ ਕਰੋ। ਦ ਹਿਊਮਨ ਬ੍ਰੇਨ ਇਜ਼ ਇਨੇਟਲੀ ਵਾਇਰਡ ਟੂ ਲਰਨ ਲੈਂਗੁਏਜ, ਕਿ ਜਿਹੜਾ ਸਾਡਾ ਹਿਊਮਨ ਬ੍ਰੇਨ ਆ ਨਾ, ਇਹਦੀ ਇੱਕ ਇਨੇਟ ਕਪੈਸਿਟੀ ਹੈ ਚੀਜ਼ਾਂ ਨੂੰ ਸਿੱਖਣ ਦੀ।
ਹਿਊਮਨ ਬ੍ਰੇਨ ਦੇ ਵਿੱਚ ਇੰਨੀ ਕੁ ਪਾਵਰਫੁਲ ਇੱਕ ਡਿਵਾਈਸ ਪੜਿਆ ਹੋਣਾ ਤੁਸੀਂ, ਆਪਾਂ ਕਲਾਸ 'ਚ ਵੀ ਪੜ੍ਹਦੇ ਹੁੰਦੇ ਆ, LED ਪੜਿਆ ਨਾ, ਲੈਂਗੁਏਜ ਐਕੁਜ਼ੀਸ਼ਨ ਡਿਵਾਈਸ। ਕੌਣ ਕਹਿੰਦਾ ਇਹ ਕਹਿੰਦਾ ਚੋਮਸਕੀ। ਚੋਮਸਕੀ ਕਹਿੰਦਾ ਹੈ ਕਿ ਸਾਡੇ ਦਿਮਾਗ ਦੇ ਵਿੱਚ, ਹਿਊਮਨ ਬ੍ਰੇਨ ਦੇ ਵਿੱਚ ਇੱਕ ਲੈਂਗੁਏਜ ਐਕੁਜ਼ੀਸ਼ਨ ਡਿਵਾਈਸ ਫਿੱਟ ਕੀਤਾ ਹੁੰਦਾ। ਮਤਲਬ ਉਹ ਆਏ ਨਹੀਂ ਵੀ ਕੋਈ ਚਿਪ ਪਾਤੀ, ਸਿੰਪਲੀ ਸਮਝਣ ਵਾਸਤੇ ਜਿਹੜਾ ਉਹ LED ਹੈ ਉਹਦੇ ਨਾਲ ਸਾਡੇ ਬ੍ਰੇਨ ਦੀ ਇੱਕ ਇਨੇਟ ਕੈਪੈਸਿਟੀ ਬਣਦੀ ਹੈ ਕਿਸੇ ਵੀ ਸ਼ਬਦਾਂ ਨੂੰ, ਕਿਸੇ ਵੀ ਭਾਸ਼ਾ ਨੂੰ ਸਿੱਖਣ ਦੀ। ਤਾਂ ਹੀ ਕਰਕੇ ਬੱਚਾ ਉਹ ਵੀ ਸ਼ਬਦ ਬੋਲ ਪਾ ਰਿਹਾ ਹੈ ਜਿਹੜੇ ਅੱਜ ਤੱਕ ਉਹਨੇ ਕਦੇ ਸੁਣੇ ਨਹੀਂ, ਜਿਹੜੇ ਅੱਜ ਤੱਕ ਉਹਨੇ ਆਲੇ ਦੁਆਲੇ ਦੇ এনवायरमेंट ਦੇ ਵਿੱਚ ਕਦੇ ਵੀ ਨਹੀਂ ਸੁਣੇ। ਤਾਂ ਇਹਦਾ ਆਨਸਰ ਕੀ ਲੱਗਦਾ ਹੈ? ਸੀ। ਡੀ ਵੀ ਆਪਸ਼ਨ ਪੜਾਂਗੇ। A child learns language when we reinforce the development of the child language। ਮਤਲਬ ਕਹਿੰਦੇ ਜਦੋਂ ਅਸੀਂ ਉਹਨੂੰ ਰੀਇਨਫੋਰਸ ਕਰਦੇ ਹਾਂ ਤਾਂ ਰੀਇਨਫੋਰਸ ਦੀ ਤਾਂ ਗੱਲ ਹੀ ਨਹੀਂ ਹੋ ਰਹੀ। ਤਾਂ ਆਪਣਾ ਆਪਸ਼ਨ ਕਿਹੜਾ ਆ ਗਿਆ ਬੱਚਿਓ? ਸੀ ਆਪਸ਼ਨ ਆ ਗਿਆ। ਆਪਸ਼ਨ ਦਾ ਧਿਆਨ ਰੱਖਣਾ ਹੈ, ਜਵਾਬ ਦੇਣ ਦੀ ਕੋਸ਼ਿਸ਼ ਕਰਨੀ ਹੈ ਸਾਰੇ ਬੱਚਿਆਂ ਨੇ। ਜੇ ਆਪਾਂ ਗੱਲ ਕਰੀਏ ਬਿਲਕੁਲ ਬਿਲਕੁਲ ਪ੍ਰਭਜੋਤ, ਚੋਮਸਕੀ, LED, ਸੀ ਆਪਸ਼ਨ ਵੀਰਪਾਲ ਦਾ, ਬਾਕੀ ਵੀ ਕਾਫੀ ਬੱਚਿਆਂ ਦਾ ਆਇਆ ਹੈਗਾ। ਠੀਕ ਹੈ, ਹਾਂਜੀ। ਸੋ ਸੀ ਆਪਸ਼ਨ ਕਰੈਕਟ ਆਪਸ਼ਨ ਹੈ। ਅਗਲਾ ਪੁਆਇੰਟ ਹੈ, ਅਗਲਾ ਕੁਐਸਚਨ ਪੜੋ। ਪਹਿਲਾਂ ਕੁਐਸਚਨ ਪੜਨਾ ਧਿਆਨ ਨਾਲ। ਪੈਡਾਗੋਜੀ ਦੇ ਵਿੱਚ ਜੇ ਕੁਐਸਚਨ ਨਾ ਪੜਨਾ ਆਇਆ ਸਾਰੀ ਗੇਮ ਘੁੰਮ ਜਾਣੀ ਹੈ, ਕਿਉਂਕਿ ਗੱਲ ਹੀ ਸਾਰੀ ਸਵਾਲ ਦੇ ਵਿੱਚ ਛਿਪੀ ਹੁੰਦੀ ਹੈ। ਚਲੋ ਜੀ ਸਵਾਲ ਪੜਦੇ ਹਾਂ। A technique used to facilitate early literacy which involves, early literacy ਮਤਲਬ ਜਲਦੀ ਏਜ ਦੇ ਵਿੱਚ, early period ਦੇ ਵਿੱਚ ਕਿਸੇ ਨੂੰ ਪੜਾਉਣਾ, which involves an adult, ਇੱਕ ਕੋਈ ਅਡਲਟ ਬੈਠਾ ਹੈ। ਅਡਲਟ ਮਤਲਬ ਘਰ ਦਾ ਕੋਈ ਵੱਡਾ ਬੰਦਾ, ਜਿਵੇਂ ਆਪਣੇ ਘਰੇ ਕੋਈ ਨਿੱਕਾ ਬੱਚਾ ਹੈ, ਉਹਦੀ ਮੰਮੀ, ਉਹਦਾ ਡੈਡੀ, ਉਹਦਾ ਚਾਚਾ ਚਾਚੀ, ਉਹਦੀ ਭੂਆ, ਉਹਦੀ ਦਾਦੀ, ਕੋਈ ਵੀ। ਠੀਕ ਹੈ, ਐਂਡ ਅ ਚਾਈਲਡ, ਦੋਵੇਂ ਇਕੱਠੇ ਬੈਠੇ ਨੇ। ਇੱਕ 3-4 ਸਾਲ ਦਾ ਬੱਚਾ ਬੈਠਾ ਹੈ, ਇੱਕ ਘਰੇ ਮੰਨ ਲਓ ਉਹਦੀ ਦਾਦੀ ਬੈਠੀ ਹੈ। ਠੀਕ ਹੈ, ਲੁਕਿੰਗ ਐਟ ਅ ਬੁੱਕ ਟੂਗੈਦਰ, ਦੋਵੇਂ ਜਣੇ ਇੱਕ ਕਿਤਾਬ ਖੋਲ ਕੇ ਬੈਠੇ ਹੋਏ ਨੇ ਤੇ ਕਿਤਾਬ ਨੂੰ ਦੇਖ ਰਹੇ ਨੇ। ਬੱਚਾ ਵੀ ਦੇਖ ਰਿਹਾ ਹੈ ਤੇ ਦਾਦੀ ਵੀ ਦੇਖ ਰਹੀ ਹੈ। while the adult asks question, adult ਉਹਨੂੰ ਕੁਐਸਚਨ ਪੁੱਛ ਰਿਹਾ ਹੈ। ਮਤਲਬ ਜਿਹੜੀ ਦਾਦੀ ਹੈ ਉਹ ਕੋਈ ਫੋਟੋ ਦੇਖ ਰਹੀ ਹੈ ਕਿਤਾਬ ਦੇ ਵਿੱਚ ਵੀ ਆਹ ਕੀ ਕਰੀ ਜਾਂਦਾ। ਫॉर एग्जांपल ਕੋਈ ਕਹਾਣੀ ਚੱਲ ਰਹੀ ਆ, ਫॉर एग्जांपल ਕਊਏ ਵਾਲੀ ਕਹਾਣੀ ਲਾ ਲਈ ਵੀ ਕਊਆ ਭਾਈ ਪੱਥਰ ਪਾ ਪਾ ਕੇ ਪਾਣੀ ਨੂੰ ਉੱਪਰ ਕਰ ਰਿਹਾ ਹੈ। ਦਾਦੀ ਬੱਚੇ ਨੂੰ ਪੁੱਛ ਰਹੀ ਹੈ ਵੀ ਆਹ ਕੀ ਹੈ, ਇਹ ਕਾਂ ਹੈ, ਹਨਾ, ਕੁਛ ਇਸ ਤਰੀਕੇ ਨਾਲ। ਐਂਡ ਇਨਕਰੇਜਸ ਆਸਕ ਕੁਐਸਚਨ ਟੂ ਦਾ ਅਡਲਟ, ਤੇ ਅਡਲਟ ਨੂੰ ਵੀ ਇਨਕਰੇਜ ਕਰਦੀ ਹੈ ਵੀ ਤੂੰ ਵੀ ਮੈਨੂੰ ਸਵਾਲ ਪੁੱਛ, ਵੀ ਜਿੱਥੇ ਤੈਨੂੰ ਪਤਾ ਨਹੀਂ ਲੱਗ ਰਿਹਾ ਵੀ ਇਹ ਕਾਂ ਕਿੱਧਰ ਨੂੰ ਜਾ ਰਿਹਾ, ਕੀ ਕਰ ਰਿਹਾ। ਸਮਝ ਰਹੇ ਹੋ ਨਾ ਕਹਾਣੀ ਕੀ ਹੈ? ਕਿ ਇੱਕ ਬੱਚਾ ਛੋਟਾ ਤੇ ਇੱਕ ਕੋਈ ਬੜਾ ਬੰਦਾ, ਦੋਵੇਂ ਆਪਸ ਦੇ ਵਿੱਚ ਕੀ ਖੋਲ ਕੇ ਬੈਠੇ ਨੇ? ਕਿਤਾਬ। ਕਿਤਾਬ ਦੇ ਉੱਪਰ ਕੋਈ ਫੋਟੋ ਹੈ, ਕਿਸੇ ਕਹਾਣੀ ਨੂੰ ਐਨਾਲਿਸਿਸ ਕੀਤਾ ਜਾ ਰਿਹਾ ਹੈ। ਨਾਲੇ ਤਾਂ ਜਿਹੜੀ ਦਾਦੀ ਹੈ ਬੱਚੇ ਦੀ, ਉਹ ਖੁਦ ਕੁਐਸਚਨ ਪੁੱਛ ਰਹੀ ਹੈ, ਨਾਲੇ ਉਹ ਬੱਚੇ ਨੂੰ ਕਹਿ ਰਹੀ ਵੀ ਤੂੰ ਵੀ ਮੈਨੂੰ ਸਵਾਲ ਪੁੱਛ। ਇਹ ਕੀ ਹੈ? ਸਟੋਰੀ ਟੈਲਿੰਗ ਹੈ, ਮॉडल ਰੀਡਿੰਗ ਹੈ, ਸ਼ੇਅਰਡ ਰੀਡਿੰਗ ਹੈ ਜਾਂ ਡਾਇਲੌਗ ਰੀਡਿੰਗ ਹੈ? ਸਵਾਲ ਦਾ ਆਨਸਰ ਜਿਹੜਾ ਹੈ ਉਹ ਬੱਚੇ ਮੈਨੂੰ ਪਤਾ ਸੀ ਕਿਹੜਾ ਕਰਨਗੇ, ਸਟੋਰੀ ਟੈਲਿੰਗ ਕਰਨਗੇ। ਸਟੋਰੀ ਟੈਲਿੰਗ ਉਦੋਂ ਹੁੰਦੀ ਹੈ ਜੇ ਕਿਤੇ ਆਪਣੇ ਕਿਹਦੀ ਗੱਲ ਨਾ ਹੋਈ ਹੁੰਦੀ, ਬੁੱਕ ਦੀ ਗੱਲ ਨਾ ਹੋਈ ਹੁੰਦੀ। ਜੇ ਕਿਤੇ ਬੁੱਕ ਤੋਂ ਬਿਨਾ ਜਿਹੜੀ ਦਾਦੀ ਹੈ ਉਹ ਬੱਚੇ ਨੂੰ ਪੜ੍ਹਾ ਰਹੀ ਹੁੰਦੀ, ਵਿਦਆਊਟ ਬੁੱਕ, ਜਿਵੇਂ ਸਾਡੀਆਂ ਦਾਦੀਆਂ ਪਹਿਲਾਂ ਸਾਨੂੰ ਕਹਾਣੀਆਂ ਸੁਣਾਉਂਦੀਆਂ ਹੁੰਦੀਆਂ ਸੀ, ਬਿਨਾ ਬੁੱਕ ਤੋਂ ਜੇ ਤੁਸੀਂ ਆਪਣੀ ਦਾਦੀ ਨਾਲ ਬੱਚਾ ਪਿਆ ਉਹਨੂੰ ਕਹਾਣੀ ਸੁਣਾਈ ਜਾ ਰਹੀ ਹੈ, then this will be story telling। ਸਟੋਰੀ ਟੈਲਿੰਗ ਮਤਲਬ ਜਦੋਂ ਅਸੀਂ ਬਿਨਾ ਬੁੱਕ ਤੋਂ, ਵਿਦਆਊਟ ਐਨੀ ਬੁੱਕ, ਅਸੀਂ ਬੱਚੇ ਦੇ ਨਾਲ ਕੋਈ ਕਹਾਣੀ ਸੁਣਾਉਣੇ ਆ ਤਾਂ ਸਟੋਰੀ ਟੈਲਿੰਗ ਨਹੀਂ ਹੋ ਸਕਦਾ। ਦੂਸਰਾ ਦੇਖੋ, ਮॉडल ਰੀਡਿੰਗ ਕਿਹੜੀ ਹੁੰਦੀ ਹੈ? ਮॉडल ਰੀਡਿੰਗ ਦਾ ਮਤਲਬ ਕੀ ਹੈਗਾ ਕਿ ਜਦੋਂ ਬੱਚਾ ਟੀਚਰ ਦੇ ਨਾਲ ਨਾਲ ਪੜ੍ਹ ਰਿਹਾ ਹੈ, ਮਤਲਬ ਟੀਚਰ ਇੱਕ ਚੀਜ਼ ਨੂੰ ਪੜ੍ਹਾ ਰਹੀ ਹੈ, ਜਿਵੇਂ ਟੀਚਰ ਕਹਿ ਰਹੀ ਹੈਗੀ ਕਿ she is a cat ਤੇ ਬੱਚਾ ਉਹਦੇ ਮਗਰ ਕਹਿ ਰਿਹਾ that she is a cat, ਇਹਨੂੰ ਅਸੀਂ ਕੀ ਬੋਲਦੇ ਹਾਂ? ਮॉडल ਰੀਡਿੰਗ। ਮਤਲਬ ਉਹਦਾ ਜਿਹੜਾ ਮॉडल ਆ, ਮॉडल ਕੌਣ ਹੈ? ਟੀਚਰ। ਟੀਚਰ ਪੜ੍ਹਾ ਰਿਹਾ ਤੇ ਬੱਚਾ ਉਹਨੂੰ ਨਕਲ ਕਰਕੇ ਪੜ੍ਹ ਰਿਹਾ ਹੈ, ਦਿਸ ਇਜ਼ ਕਾਲਡ ਮॉडल ਰੀਡਿੰਗ। ਇਹ ਵੀ ਨਹੀਂ ਹੋ ਸਕਦਾ। ਸ਼ੇਅਰਡ ਰੀਡਿੰਗ ਦਾ ਮਤਲਬ ਕੀ ਹੁੰਦਾ ਹੈਗਾ ਕਿ ਜਦੋਂ ਅਸੀਂ ਕੀ ਕਰ ਰਹੇ ਹਾਂ, ਗਰੁੱਪ ਦੇ ਵਿੱਚ ਪੜ੍ਹ ਰਹੇ ਹਾਂ, ਕਿ 4-5 ਬੱਚੇ ਬੈਠੇ ਹੋਏ ਨੇ ਆਪਣੀ ਕਲਾਸ ਦੇ ਵਿੱਚ ਔਰ ਕਿਸੇ ਤਰੀਕੇ ਦੇ ਨਾਲ ਗਰੁੱਪ ਦੇ ਵਿੱਚ ਇੱਕ ਕੀ ਹੋ ਰਹੀ ਹੈ? ਰੀਡਿੰਗ ਹੋ ਰਹੀ ਹੈ, ਤਾਂ ਫਿਰ ਇਹਨੂੰ ਅਸੀਂ ਕੀ ਕਹਾਂਗੇ? ਸ਼ੇਅਰਡ ਰੀਡਿੰਗ ਕਹਾਂਗੇ। ਤੇ ਸਾਡੇ ਕੋਲੇ ਆਪਸ਼ਨ ਕੀ ਬਚ ਗਈ? ਡਾਇਲੌਗਿਕ। ਲੌਜਿਕ ਨਹੀਂ ਕਹਾਂਗੇ, ਲੌਗਿਕ। ਡਾਇਲੌਗ ਸ਼ਬਦ ਤੋਂ ਬਣਿਆ ਹੋਇਆ ਹੈਗਾ। ਡਾਇਲੌਗ ਸ਼ੇਅਰ ਕੀਤੇ ਜਾ ਰਹੇ ਨੇ,
ਜਦੋਂ ਕਿਤਾਬ ਲੈ ਕੇ ਬੈਠੇ ਨੇ, ਇਹਦਾ ਮਤਲਬ ਡਾਇਲੋਗਿਕ ਰੀਡਿੰਗ ਹੋ ਰਹੀ ਹੈ। ਵਿਦਾਊਟ ਬੁੱਕ ਹੈ ਤਾਂ ਕਿਹੜੀ ਕੀ ਹੋ ਰਿਹਾ, ਸਟੋਰੀ ਟੈਲਿੰਗ। ਤਾਂ ਆਪਣੇ ਸਵਾਲ ਦਾ ਜਵਾਬ ਬੱਚਿਓ ਕੀ ਹੋਊਗਾ, ਡਾਇਲੋਗਿਕ ਰੀਡਿੰਗ ਹੋਊਗਾ, ਜਿਹੜੀ ਕਾਫੀ ਬੱਚਿਆਂ ਨੇ ਘੱਟ ਨੇ ਆਨਸਰ ਦਿੱਤਾ ਹੈ। ਅੱਛਾ ਜੀ, ਲਾਈਕ ਜ਼ਰੂਰ ਕਰ ਦਿਓ, ਲਾਈਕ ਅੱਧੇ ਨੇ, ਬੈਠੇ ਡਬਲ ਬੱਚੇ ਨੇ। ਹੁਣ ਦੇਖਿਓ ਤੁਹਾਡੇ ਚੋਂ ਆਨਸਰ ਕਿਹੜੇ ਬੱਚੇ ਨੇ ਸਹੀ ਕਰਿਆਗਾ। ਹਾਂਜੀ, ਰਾਹੁਲ ਕੁਮਾਰ, ਬਿਲਕੁਲ ਰਾਜੇ, ਡੋਂਟ ਵਰੀ, देयर इज नो नीड टू टेक स्ट्रेस। ਜਿਹੜੇ ਬੱਚਿਆਂ ਨੂੰ ਸਟ੍ਰੈਸ ਹੋ ਰਿਹਾ ਹੈਗਾ, ਕੋਈ ਗੱਲ ਨਹੀਂ, ਮੈਨੂੰ ਪਤਾ ਮਜਬੂਰੀਆਂ ਹੁੰਦੀਆਂ ਸਾਡੇ ਘਰਾਂ ਦੀਆਂ, ਅਸੀਂ ਟੈਨਸ਼ਨ ਚ ਆ ਜਾਂਦੇ ਆ। ਇਸ ਨੰਬਰ ਤੇ ਕਾਲ ਕਰਕੇ ਮੇਰੇ ਨਾਲ ਗੱਲ ਕਰ ਸਕਦੇ ਹੋ, 9815576606। ਅੱਜ ਮੈਨੂੰ ਇੰਨੇ ਕੁ ਬੱਚਿਆਂ ਦੇ ਇਸ ਤਰੀਕੇ ਦੀ ਵੀ ਕਾਲਸ ਆਈਆਂ ਸੀਗੀਆਂ ਕਿ ਕਈ ਵਾਰੀ ਯਾਰ ਘਰਾਂ ਦੀਆਂ ਮਜਬੂਰੀਆਂ ਹੁੰਦੀਆਂ, ਅਸੀਂ ਵੀ ਸਮਝਦੇ ਹਾਂ, ਅਸੀਂ ਵੀ ਇਸ ਚੱਕਰ 'ਚ ਫਸੇ ਹੋਏ ਹਾਂ। ਇਸ ਬਾਰੇ ਗੱਲ ਅਸੀਂ ਬਾਅਦ ਚੋਂ ਕਰਾਂਗੇ, ਪਰ ਤੁਸੀਂ ਹੁਣ ਨਹੀਂ ਸਟ੍ਰੈਸ ਲੈਣਾ। ਜੇ ਹੁਣ ਸਟ੍ਰੈਸ ਲੈ ਕੇ ਅਸੀਂ ਪਰਫਾਰਮ ਨਹੀਂ ਕਰ ਪਾਵਾਂਗੇ ਤਾਂ ਪਲੀਜ਼ ਆਪਦੇ ਆਪ ਨੂੰ ਸਟੇਬਲ ਰੱਖੋ, ਹਨਾ, ਰੱਬ ਦਾ ਨਾਂ ਲਓ। ਅਗਲਾ ਪੁਆਇੰਟ ਹੈ, a teacher can develop the listening skill of language learners by। ਲਿਸਨਿੰਗ ਸਕਿੱਲ ਨੂੰ ਡਿਵੈਲਪ ਕਰਨ ਦੀ ਗੱਲ ਹੋ ਰਹੀ ਹੈ। ਸਵਾਲ ਧਿਆਨ ਨਾਲ ਪੜ੍ਹਨਾ। ਸਭ ਤੋਂ ਪਹਿਲਾਂ ਤਾਂ a teacher can develop, ਇੱਕ ਅਧਿਆਪਕ ਡਿਵੈਲਪ ਕਰ ਸਕਦਾ ਹੈ, ਕਿਹਨੂੰ ਡਿਵੈਲਪ ਕਰ ਸਕਦਾ, ਲਿਸਨਿੰਗ ਸਕਿੱਲ ਨੂੰ, ਆਫ ਆ ਲੈਂਗੁਏਜ ਲਰਨਰ। ਕਿਹਦੇ ਵਾਸਤੇ, ਲੈਂਗੁਏਜ ਲਰਨਿੰਗ ਵਾਸਤੇ, ਕਿਹਦੇ ਦੁਆਰਾ। ਅੱਛਾ, ਲਿਸਨਿੰਗ ਸਕਿੱਲ ਤੋਂ ਮੈਨੂੰ ਯਾਦ ਆਇਆ, ਆਪਾਂ ਨੇ 4 ਸਕਿੱਲ ਪੜ੍ਹੇ ਸੀ ਨਾ, ਕਿਹੜੇ ਕਿਹੜੇ ਪੜ੍ਹੇ ਸੀ, ਕਿਹੜੀ ਫਾਰਮ ਦੇ ਵਿੱਚ, ਐਲ ਐਸ ਆਰ ਤੇ ਡਬਲਿਊ ਦੀ ਫਾਰਮ ਦੇ ਵਿੱਚ, ਹਨਾ, ਜਿਹਦੇ ਵਿੱਚ ਅਸੀਂ ਦੇਖਿਆ ਵੀ ਇਹ ਇੰਟੀਗ੍ਰੇਟਡ ਮੈਨਰ ਦੇ ਵਿੱਚ ਕੰਮ ਕਰਦੇ ਨੇ, ਮਤਲਬ ਇਹ ਆਪਸ ਦੇ ਵਿੱਚ ਜੁੜੇ ਹੁੰਦੇ ਨੇ ਤੇ ਇਹਨਾਂ ਨੂੰ ਆਪਾਂ ਇਕੱਠੇ ਹੀ ਰੱਖਣਾ ਹੁੰਦਾ ਹੈਗਾ। ਇਹ ਇੱਕ ਦੂਜੇ ਦੇ ਨਾਲ ਬੰਨੇ ਹੋਏ ਹੁੰਦੇ ਨੇ, ਹਨਾ। ਜਿਵੇਂ ਅਸੀਂ ਕਹਿ ਦਿੰਨੇ ਆ ਵੀ ਜਿਹੜਾ ਬੰਦਾ ਚੰਗਾ ਪੜੂਗਾ ਉਹੀ ਚੰਗਾ ਲਿਖੂਗਾ, ਜਿਹੜਾ ਪਹਿਲਾਂ ਇੱਕ ਅੱਛਾ ਲਿਸਨਰ ਹੋਊਗਾ ਉਹੀ ਅੱਛਾ ਸਪੀਕਰ ਹੋਊਗਾ। ਸਭ ਤੋਂ ਪਹਿਲਾਂ ਬੱਚਾ ਕੀ ਕਰਦਾ, ਸੁਣਦਾ, ਤੇ ਸੁਣ ਕੇ এনवायरमेंट ਦੇ ਵਿੱਚੋਂ ਉਹ ਕੀ ਕਰਨਾ ਸਿੱਖਦਾ, ਬੋਲਣਾ ਸਿੱਖਦਾ। ਠੀਕ ਹੈ, ਪਹਿਲਾਂ ਅਸੀਂ ਪੜ੍ਹਦੇ ਆ ਤੇ ਫਿਰ ਅਸੀਂ ਕੀ ਕਰਨਾ ਸਿੱਖਦੇ ਆ, ਲਿਖਣਾ ਸਿੱਖਦੇ ਆ, ਹਨਾ। ਇਹਦੇ ਵਿੱਚੋਂ 2 ਸਕਿੱਲ ਆਪਾਂ ਪੜ੍ਹੇ ਸੀਗੇ ਕਿ ਕਿਹੜੇ ਸਕਿੱਲ ਨੇ ਬੱਚੋ, ਪ੍ਰੋਡਕਟਿਵ ਨੇ, ਜਿਹਦੇ ਚ ਅਸੀਂ ਪ੍ਰੋਡਕਟਿਵਿਟੀ ਦਿਖਾਉਣੀ ਆ। ਪ੍ਰੋਡਕਟਿਵਿਟੀ ਜਾਂ ਤਾਂ ਅਸੀਂ ਬੋਲ ਕੇ ਦਿਖਾ ਸਕਦੇ ਆ ਜਾਂ ਅਸੀਂ ਆਪਣੇ ਵੱਲੋਂ ਕੋਈ ਵੀ ਚੀਜ਼ ਨੂੰ ਲਿਖ ਕੇ ਦਿਖਾ ਸਕਦੇ ਆ। ਸੋ ਰੀਡਿੰਗ ਐਂਡ ਸਪੀਕਿੰਗ, ਸੌਰੀ, ਰਾਈਟਿੰਗ ਐਂਡ ਸਪੀਕਿੰਗ ਪ੍ਰੋਡਕਟਿਵ ਸਕਿੱਲ ਨੇ। ਔਰ ਇਹਦੇ ਨਾਲ ਹੀ ਮੈਂ ਤੁਹਾਨੂੰ ਇੱਕ ਹੋਰ ਪੁਆਇੰਟ ਕਰਾਇਆ ਸੀਗਾ ਕਿ 2 ਸਕਿੱਲ ਨੇ ਜਿਹੜੇ, ਉਹ ਕਿਹੜੇ ਨੇ, ਰਿਸੈਪਟਿਵ ਨੇ। ਕਿਹੜੇ ਕਿਹੜੇ ਰਿਸੈਪਟਿਵ ਹੁੰਦੇ ਨੇ, ਰੀਡਿੰਗ ਤੇ ਇਸ ਤੋਂ ਬਿਨਾਂ ਸਾਡਾ ਕਿਹੜਾ ਹੋਊਗਾ, ਲਿਸਨਿੰਗ ਵਾਲਾ। ਠੀਕ ਹੈ, ਤਾਂ ਲਿਸਨਿੰਗ ਦੀ ਇੱਥੇ ਗੱਲ ਹੋ ਰਹੀ ਹੈ। ਆਨਸਰ ਕੀ ਆ ਰਿਹਾ ਸਾਰੇ ਬੱਚਿਆਂ ਦਾ, ਦੇਖ ਲਿਆ ਆਨਸਰ, ਸਭ ਆਨਸਰ ਦੀ ਧੂੜ ਕਰਤੀ, ਦੈਟ ਇਜ਼ ਡੀ ਆਨਸਰ। ਚਲੋ ਕੋਈ ਗੱਲ ਨਹੀਂ, ਦੇਖਦੇ ਆ ਫਿਰ, ਮੈਨੂੰ ਲੱਗਦਾ ਸਹੀ ਹੋ ਤੁਸੀਂ। ਸਭ ਤੋਂ ਪਹਿਲਾ ਪੁਆਇੰਟ, ਮੇਕਿੰਗ ਦਾ ਲਰਨਰਸ ਲਿਸਨ ਟੂ ਐਵਰੀਥਿੰਗ ਦੇ ਹੀਅਰ ਪੈਸਿਵਲੀ। ਮਤਲਬ ਕਹਿੰਦੇ ਵੀ ਜਿਹੜੀਆਂ ਪੈਸਿਵਲੀ ਸੁਣਨ ਦਾ ਮਤਲਬ ਪਤਾ ਕੀ ਹੁੰਦਾ, ਵੀ ਆਲੇ ਦੁਆਲੇ ਜੋ ਵੀ ਕੁਝ ਬੋਲਿਆ ਜਾ ਰਿਹਾ ਉਹਨੂੰ ਸੁਣ ਕੇ ਉਹ ਕੀ ਕਰ ਲੇ, ਉਹਨੂੰ ਲਿਸਨ ਕਰੇ, ਸੁਣੇ ਧਿਆਨ ਨਾਲ। ਹੀਅਰ ਦਾ ਮਤਲਬ ਕੀ ਹੁੰਦਾ, ਆਵਾਜ਼ਾਂ ਸੁਣਨੀਆਂ, ਪਰ ਅਸੀਂ ਹਰ ਆਵਾਜ਼ ਨੂੰ ਤਾਂ ਨਹੀਂ ਸੁਣ ਰਹੇ ਹੁੰਦੇ ਨਾ, ਸਾਡੇ ਆਲੇ ਦੁਆਲੇ ਅਨੇਕਾਂ ਆਵਾਜ਼ਾਂ ਚੱਲ ਰਹੀਆਂ ਹੁੰਦੀਆਂ ਨੇ, ਉਹ ਅਸੀਂ ਹੀਅਰ ਕਰ ਰਹੇ ਹਾਂ। ਲਿਸਨ ਜਦੋਂ ਅਸੀਂ ਕੇਅਰਫੁਲੀ ਸੁਣਦੇ ਹਾਂ, ਜਿਵੇਂ ਕਿ ਹੁਣ ਤੁਹਾਡੇ ਘਰੇ ਭਾਂਡੇ ਵੀ ਖੜਕੀ ਜਾਂਦੇ ਨੇ, ਸਾਈਡ ਤੇ ਕੋਈ ਗੱਲਾਂ ਵੀ ਕਰੀ ਜਾਂਦਾ ਹੈ, ਉਹ ਸਾਰੀ ਹੀਅਰਿੰਗ ਹੈ। ਤੁਸੀਂ ਸੁਣ ਕਿਹਨੂੰ ਰਹੇ ਹੋ, ਮੈਨੂੰ, ਤੁਹਾਡੀ ਕਨਸੈਂਟਰੇਸ਼ਨ ਕਿੱਥੇ ਹੈ, ਮੇਰੇ ਤੇ, ਮੈਨੂੰ ਲਿਸਨ ਕਰ ਰਹੀ ਹੋ ਤੁਸੀਂ। ਠੀਕ ਹੈ, ਤਾਂ ਪਹਿਲਾਂ ਤਾਂ ਹੋ ਨਹੀਂ ਸਕਦਾ, ਮਤਲਬ ਕਹਿੰਦੇ ਹੀਅਰ ਕਰ ਲਓ ਪੈਸਿਵਲੀ ਤੇ ਉਹਦੇ ਤੋਂ ਲਿਸਨ ਕਰ ਲਓ, ਇੰਪੋਸੀਬਲ ਹੈ। ਦੂਸਰਾ ਪੁਆਇੰਟ, ਸਪੀਕਿੰਗ ਕੰਟੀਨਿਊਸਲੀ ਟੂ ਲਰਨਰ ਬੋਥ ਵਿਦ ਇਨ ਦਾ ਕਲਾਸਰੂਮ ਐਂਡ ਦਾ ਆਊਟਸਾਈਡ। ਉਈਓ ਜਵਾਕ ਪਾਗਲ ਹੋ ਜਾਊਗਾ, ਮਤਲਬ ਕਹਿੰਦੇ ਵੀ ਕਲਾਸ ਦੇ ਵਿਦ ਇਨ ਦਾ ਕਲਾਸ ਦੇ ਅੰਦਰ ਵੀ, ਮਤਲਬ ਜਿਹੜਾ ਕਲਾਸਰੂਮ ਆ ਉਹਦੇ ਅੰਦਰ ਵੀ, ਔਰ ਆਊਟਸਾਈਡ ਵੀ, ਮਤਲਬ ਕਲਾਸ ਦੇ ਬਾਹਰ ਵੀ ਬੱਚੇ ਨਾਲ ਕੰਟੀਨਿਊਸਲੀ ਬੋਲੀ ਜਾਓ ਤੇ ਫਿਰ ਉਹਦੀ ਲਿਸਨਿੰਗ ਇੰਪਰੂਵ ਹੋ ਜੂਗੀ। ਐ ਹੋ ਸਕਦਾ ਨਿਆਣਾ ਕਮਲਾ ਹੋ ਜੂ, ਦਿਮਾਗ ਹਿੱਲ ਜੂ ਉਹਦਾ, ਪਾਗਲ ਹੋ ਜੂਗਾ। ਸੈਕੰਡ ਆਪਸ਼ਨ ਗਲਤ ਹੈ, ਸੀ ਆਪਸ਼ਨ। ਫੋਕਸਿੰਗ ਓਨਲੀ ਔਨ ਲਿਸਨਿੰਗ ਸਕਿੱਲ ਵਿਦਾਊਟ ਐਸੋਸੀਏਟਿੰਗ them with other language skills, ਗਲਤ ਹੈ। ਹੁਣੇ ਤੁਹਾਨੂੰ ਮੈਂ ਪਹਿਲੀ ਲਾਈਨ 'ਚ ਇਹ ਦੱਸਿਆ ਸੀ ਵੀ ਜਿਹੜਾ ਇਹ LSRW ਹੈ, ਇਹ ਇੱਕ ਇੰਟੀਗ੍ਰੇਟਡ ਮੈਨਰ ਦੇ ਵਿੱਚ ਕੰਮ ਕਰ ਰਿਹਾ ਹੈ। ਅਸੀਂ ਇਹਨੂੰ ਇਕੱਲੇ ਨੂੰ ਸੈਪਰੇਟਲੀ ਨਹੀਂ ਸਿੱਖ ਸਕਦੇ। ਇਹ ਸਾਰੇ ਦੇ ਸਾਰੇ ਸਕਿੱਲਸ ਨੇ ਜਿਹੜੇ ਇੱਕ ਦੂਜੇ ਤੇ ਡਿਪੈਂਡੈਂਟ ਹੁੰਦੇ ਨੇ। ਤੇ ਇੱਥੇ ਕੀ ਕਹੀ ਜਾਂਦੇ ਨੇ, ਕਹਿੰਦੇ ਵਿਦਾਊਟ ਐਸੋਸੀਏਟਿੰਗ them with other language skills, ਐਸੋਸੀਏਟ ਹੀ ਨਾ ਕਰੋ ਉਹਦੇ ਨਾਲ, ਤਾਂ ਫਿਰ ਬਿਲਕੁਲ ਗੜਬੜ ਹੋ ਜੂਗੀ। ਹੁਣ ਲਿਸਨ ਤੇ ਸਪੀਕਿੰਗ ਕੋ ਰਿਲੇਟਡ ਨੇ, ਜੇ ਐਸੋਸੀਏਟ ਨਹੀਂ ਕਰਾਂਗੇ ਫਿਰ ਰੌਲਾ ਪੈ ਜਾਣਾ।
ਤਾਂ ਇਹ ਵੀ ਆਪਸ਼ਨ ਕੀ ਹੋ ਗਿਆ, ਗਲਤ ਹੋ ਗਿਆ। ਸਾਰੇ ਜਵਾਕ ਨਾ ਪਹਿਲਾਂ A ਲਿਖਦੇ ਨੇ, ਫਿਰ ਜਦੋਂ ਮੈਂ A ਤੇ ਕਾਟਾ ਲਾ ਦਿੰਦੀ ਹਾਂ ਫਿਰ B ਲਿਖਦੇ ਨੇ, ਫਿਰ ਮੈਂ B ਤੇ ਕਾਟਾ ਲਾ ਦਿੰਦੀ ਹਾਂ ਫਿਰ C, ਫਿਰ ਮੈਂ C ਤੇ ਫਿਰ ਆਖਰ ਤੇ ਫਿਰ D ਹੈ ਜੀ, D ਹੈ ਜੀ, D ਹੈ, ਠੀਕ ਹੈ ਜੀ, D ਹੈ। ਚਲੋ, ਕ੍ਰੀਏਟਿੰਗ ਓਪਰਚੁਨਿਟੀਜ਼ ਫॉर ਲਰਨਰਸ, ਲਰਨਰ ਵਾਸਤੇ ਮੌਕੇ ਕ੍ਰੀਏਟ ਕਰੋ। ਓਪਰਚੁਨਿਟੀਜ਼ ਮਤਲਬ ਮੌਕੇ ਕ੍ਰੀਏਟ ਕਰੋ ਟੂ ਲਿਸਨ ਟੂ ਅ ਵੈਰਾਈਟੀ ਆਫ ਲੈਂਗੁਏਜ ਸੋਰਸਸ, ਮਤਲਬ ਲੈਂਗੁਏਜ ਸੋਰਸਸ ਦੀ ਵੈਰਾਈਟੀ ਸੁਣੇ। ਵੈਰਾਈਟੀ ਮਤਲਬ ਰੇਡੀਓ ਲਾ ਲਿਆ, ਕਈ ਵਾਰੀ ਰੇਡੀਓ ਤੇ ਅੰਗਰੇਜ਼ੀ ਚੱਲੀ ਜਾਂਦੀ ਆ, ਆਪਾਂ ਇੱਥੇ ਅੰਗਰੇਜ਼ੀ ਸਿੱਖਣ ਦੀ ਗੱਲ ਕਰ ਰਹੇ ਹਾਂ ਕਿਉਂਕਿ ਆਪਣੀ ਇੰਗਲਿਸ਼ ਦੀ ਪੈਡਾਗੋਜੀ ਹੈ, ਠੀਕ ਹੈ। ਵੈਰਾਈਟੀ ਆਫ ਸੋਰਸਸ ਮਤਲਬ ਰੇਡੀਓ ਚੱਲ ਰਿਹਾ ਉਹ ਤੇ ਇੰਗਲਿਸ਼ ਚੱਲ ਰਹੀ ਹੈ, ਕੋਈ ਸੌਂਗ ਚੱਲ ਰਿਹਾ ਉਹ ਤੇ ਇੰਗਲਿਸ਼ ਚੱਲ ਰਹੀ ਹੈ, ਕੋਈ ਮੂਵੀ ਸੁਣ ਰਿਹਾ ਉਹ ਤੇ ਇੰਗਲਿਸ਼ ਚੱਲ ਰਹੀ ਹੈ। ਤਾਂ ਅਲੱਗ-ਅਲੱਗ ਸੋਰਸਸ ਤੋਂ ਉਹਦਾ ਜਿਹੜਾ ਹੈ ਉਹਦੇ ਲਈ ਓਪਰਚੁਨਿਟੀ ਕ੍ਰੀਏਟ ਕਰੋ ਕਿ ਉਹ ਵੈਰਾਈਟੀ ਆਫ ਸੋਰਸਸ ਨੂੰ ਸੁਣੇ, ਨਾ ਤਾਂ ਉਹ ਬੋਰ ਹੋਊਗਾ ਬੰਦਾ, ਨਾਲੇ ਦੇ ਨਾਲੇ ਉਹ ਨਾਲ ਕੀ ਸੁਣੀ ਜਾਊਗਾ, ਅੰਗਰੇਜ਼ੀ ਸੁਣੀ ਜਾਊਗਾ। ਐਂਡ ਪੀਪਲ ਐਂਡ ਅੰਗੇਜਿੰਗ ਇਨ ਅਦਰ ਲਿਸਨਿੰਗ ਐਕਟੀਵਿਟੀਜ਼। ਤਾਂ ਸਿੰਪਲੀ ਆਪਣਾ ਆਂਸਰ ਬੱਚਿਓ ਕੀ ਹੋ ਗਿਆ, ਡੀ ਆਂਸਰ ਹੈ ਜੀ। ਸੋ ਕਾਫੀ ਬੱਚਾ ਨੇ ਰਾਈਟ ਵੀ ਕਰਿਆ, ਕਾਫੀ ਨੇ ਗਲਤ ਵੀ ਕਰਿਆ। ਚਲੋ ਆਪਾਂ ਇੱਥੇ ਸਿੱਖਣ ਵਾਸਤੇ ਆਏ ਆ, ਜਿਹਨੇ ਕੋਈ ਗਲਤੀ ਕਰੀ ਹੁੰਦੀ ਉਹਨੂੰ ਇੱਥੇ ਹੀ ਕਰਿਆ ਕਰੋ, ਪੇਪਰ ਵਾਸਤੇ ਉਹ ਗਲਤੀ ਸੰਭਾਲ ਕੇ ਨਹੀਂ ਰੱਖਣੀ। ਲਾਈਕ ਸ਼ੇਅਰ ਕਰ ਦਿਓ ਜੀ, ਸੈਸ਼ਨ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਿਉਂਕਿ ਤੁਹਾਡੀ ਕਲਾਸ 'ਚ ਜਾਣ ਲੱਗਦੀ ਹੈ। ਚਲੋ ਜੀ, ਅਗਲਾ ਪੁਆਇੰਟ ਹੈ, ਰੀਡ ਦਾ ਫੋਲੋਇੰਗ ਸਟੇਟਮੈਂਟਸ ਐਂਡ ਚੂਜ਼ ਦਾ ਕਰੈਕਟ ਆਪਸ਼ਨ। ਪਹਿਲਾਂ ਤੁਸੀਂ ਪੜੋ, ਤੁਹਾਨੂੰ ਸਵਾਲ ਪੜ੍ਹਨਾ ਆਉਣਾ ਚਾਹੀਦਾ ਪ੍ਰੋਪਰ ਤਰੀਕੇ ਨਾਲ, ਠੀਕ ਹੈ। ਰੀਡ ਦਾ ਫੋਲੋਇੰਗ ਸਟੇਟਮੈਂਟ ਐਂਡ ਚੂਜ਼ ਦਾ ਕਰੈਕਟ ਆਪਸ਼ਨ। ਛੇਤੀ ਛੇਤੀ ਕੁਐਸਚਨ ਪੜੋ, ਬਿल्कुल प्यारे बच्चे, अच्छे बच्चे, होशियार बच्चे स्टेटमेंट पढ़ेंगे। हाँ जी, लाइक कर दिया करो यार, लाइक नाल तां ना मेरा मतलब एक परसनल नाता जुड़ा होया। अच्छा, एक होर गल, ਜਦੋਂ ਤੁਸੀਂ ਕਲਾਸ ਲਾ ਹਟਦੇ ਹੋ ਨਾ, ਹੁਣ ਤਾਂ ਤੁਸੀਂ ਵਿੱਚ ਕਮੈਂਟ ਕਰ ਰਹੇ ਹੋ, ਕਲਾਸ ਲਾਉਣ ਤੋਂ ਬਾਅਦ ਵੀ ਆਪਣੇ ਵਿਊਜ਼ ਸ਼ੇਅਰ ਕਰਿਆ ਕਰੋ ਕਮੈਂਟ ਕਰਕੇ। ਜਦੋਂ ਵੀਡੀਓ ਰਿਕਾਰਡ ਹੋ ਜਾਂਦੀ ਹੈ YouTube ਤੋਂ ਬਾਅਦ, ਚੰਗਾ ਲੱਗਦਾ, ਮੈਂ ਤੁਹਾਡੇ ਹਰ ਇੱਕ ਕਮੈਂਟ ਨੂੰ ਪਰਸਨਲੀ ਪੜ੍ਹ ਰਹੀ ਹੁੰਦੀ ਹਾਂ, ਠੀਕ ਹੈ। ਚਲੋ ਜੀ, ਕਹਿੰਦੇ ਐਕਿਊਰੇਸੀ ਇਨ ਲੈਂਗੁਏਜ ਅਸਰਸ਼ਨ ਪੜੋ। ਐਕਿਊਰੇਸੀ ਇਨ ਲੈਂਗੁਏਜ ਇਜ਼ ਮੋਸਟ ਇੰਪੋਰਟੈਂਟ ਐਟ ਪ੍ਰਾਇਮਰੀ ਲੈਵਲ। ਪ੍ਰਾਇਮਰੀ ਲੈਵਲ ਕਿਹੜਾ ਹੈਗਾ, ਪਹਿਲੀ ਤੋਂ ਲੈ ਕੇ 5ਵੀਂ ਤੱਕ ਦੇ ਬੱਚੇ ਨੂੰ, ਫਸਟ ਕਲਾਸ ਤੋਂ ਲੈ ਕੇ 5th ਕਲਾਸ ਦੇ ਬੱਚੇ ਦੇ ਲੈਵਲ ਨੂੰ ਅਸੀਂ ਕਿਹੜਾ ਲੈਵਲ ਕਹਿੰਦੇ ਆ, ਪ੍ਰਾਇਮਰੀ ਲੈਵਲ। ਕਹਿੰਦੇ ਪ੍ਰਾਇਮਰੀ ਲੈਵਲ ਤੇ ਜਿਹੜੀ ਐਕਿਊਰੇਸੀ ਹੈ, ਐਕਿਊਰੇਸੀ ਦਾ ਮਤਲਬ ਕੀ ਹੁੰਦਾ ਹੈਗਾ ਕਿ ਉਹ ਲਿਖਣ ਵੇਲੇ ਕੋਈ ਵੀ ਨਾ ਤਾਂ ਸਪੈਲਿੰਗ ਗਲਤ ਕਰ ਰਿਹਾ ਤੇ ਨਾ ਹੀ ਬੋਲਣ ਲੱਗੇ ਕੋਈ ਵੀ ਮਿਸਟੇਕ ਕਰ ਰਿਹਾ, ਠੀਕ ਹੈ, ਨਾ ਪੜਨ ਲੱਗੇ ਕੋਈ ਮਿਸਟੇਕ ਕਰ ਰਿਹਾ। ਇਹ ਚੀਜ਼ ਐਕਿਊਰੇਸੀ। ਐਕਿਊਰੇਸੀ ਮਤਲਬ ਵਿਦਆਊਟ ਐਰਰ ਬੱਚਾ ਸਾਡੇ ਕੋਲੇ ਡੇਟਾ ਦੇ ਰਿਹਾ, ਠੀਕ ਹੈ। ਕੀ ਤੁਹਾਨੂੰ ਲੱਗਦਾ ਵੀ ਪਹਿਲੀ ਤੋਂ 5ਵੀਂ ਕਲਾਸ ਦੇ ਵਿੱਚ ਲੈਂਗੁਏਜ ਨੂੰ ਪੜਾਉਣ ਦੇ ਵਾਸਤੇ ਐਕਿਊਰੇਸੀ ਇੰਪੋਰਟੈਂਟ ਆ? ਇੱਕ ਪਾਸੇ ਤਾਂ ਆਪਾਂ ਐਂ ਕਹੀ ਜਾਂਦੇ ਆ ਵੀ ਜਿਹੜਾ ਬੱਚਾ ਹੈ ਉਹ ਗਲਤੀਆਂ ਕਰ ਕਰਕੇ ਸਿੱਖੂਗਾ, ਕਹੀ ਜਾਂਦੇ ਆ ਨਾ ਕਿ ਜਿੰਨਾ ਸਮਾਂ ਉਹਨੇ ਗਲਤੀ ਨਹੀਂ ਕਰਨੀ, ਜਿੰਨਾ ਸਮਾਂ ਉਹਨੂੰ ਟੀਚਰ ਵਾਰੀ-ਵਾਰੀ ਟੋਕੂਗਾ ਨਹੀਂ, ਉਹ ਸਿੱਖ ਨਹੀਂ ਪਾਊਗਾ। ਤੇ ਇੱਥੇ ਅਸੀਂ ਕਹੀ ਜਾਂਦੇ ਆ ਵੀ ਪਹਿਲੀ ਤੋਂ 5ਵੀਂ ਕਲਾਸ ਦਾ ਜਵਾਕ ਡੇਟਾ ਐਕਿਊਰੇਟ ਕਰਕੇ ਲਿਆਵੇ। ਕਿਵੇਂ ਕਰੂਗਾ ਐਕਿਊਰੇਟ? ਗਲਤੀ ਹੋਊਗੀ ਬੱਚੇ ਤੋਂ, ਤਾਂ ਐਕਿਊਰੇਸੀ ਇੱਕ ਕੰਸਰਨ ਨਹੀਂ ਹੈ। ਐਕਿਊਰੇਸੀ ਕੰਸਰਨ ਨਹੀਂ ਹੈ ਜਦੋਂ ਅਸੀਂ ਗੱਲ ਕਰਦੇ ਆ ਫਸਟ ਟੂ 5th। ਗੱਲ ਯਾਦ ਰੱਖਣੀ, ਆਪਾਂ ਪ੍ਰਾਇਮਰੀ ਲੈਵਲ ਦੀ ਗੱਲ ਕਰ ਰਹੇ ਹਾਂ, ਆਪਾਂ ਵੱਡੀ ਕਲਾਸ ਦੀ ਗੱਲ ਨਹੀਂ ਕਰ ਰਹੇ। ਐਕਿਊਰੇਸੀ 8ਵੀਂ 9ਵੀਂ 10ਵੀਂ 'ਚ ਜਾ ਕੇ ਹੁੰਦੀ ਹੈ। ਉਸ ਤੋਂ ਪਹਿਲਾਂ ਤਾਂ ਅਸੀਂ ਬੱਚੇ ਦਾ ਸਿਰਫ ਇੱਕ ਪੁਆਇੰਟ ਆਫ ਵਿਊ ਜਾਣਨਾ ਚਾਹੁੰਦੇ ਆ, ਇੱਕ ਬੱਚਾ ਆਪਣੇ ਥਾਟਸ ਨੂੰ ਐਕਸਪ੍ਰੈਸ ਕਿਵੇਂ ਕਰ ਰਿਹਾ ਹੈ ਉਹਨੂੰ ਜਾਣਨਾ ਚਾਹੁੰਦੇ ਆ। ਅਸੀਂ ਕੱਲ ਇੱਕ ਪੁਆਇੰਟ ਕਰਿਆ ਸੀ ਕਿ ਅਸੀਂ ਬੱਚੇ ਦੀ ਫਲੂਐਂਸੀ ਨੂੰ ਦੇਖਦੇ ਹਾਂ ਕਿ ਬੱਚਾ ਕਿਸੇ ਚੀਜ਼ ਨੂੰ ਰਿਪਰੈਜ਼ੈਂਟ ਕਿਵੇਂ ਕਰ ਰਿਹਾ ਹੈਗਾ। ਤਾਂ ਫਿਰ ਐਕਿਊਰੇਸੀ ਦੀ ਤਾਂ ਕੋਈ ਗੱਲ ਹੀ ਨਹੀਂ। ਹੁਣ ਬਦਲ ਗਏ, ਸਾਰੇ ਨੇ ਉੱਤਰ ਬਦਲ ਲਿਆ ਦਵਾ ਦਵ। ਪਹਿਲਾ ਗਲਤ ਹੋ ਗਿਆ। ਦੂਸਰਾ, ਗ੍ਰਾਮਰ ਇਜ਼ ਐਨ ਇੰਟੈਗਰਲ ਪਾਰਟ ਆਫ ਦਾ ਪ੍ਰਾਇਮਰੀ ਕਰਿਕੂਲਮ। ਬਿਲਕੁਲ, ਗ੍ਰਾਮਰ ਇੰਟੈਗਰਲ ਪਾਰਟ, ਇੰਟੈਗਰਲ ਮਤਲਬ ਜ਼ਰੂਰੀ ਪਾਰਟ ਜਿਹੜਾ ਸਾਡਾ ਪ੍ਰਾਇਮਰੀ ਕਰਿਕੂਲਮ ਹੁੰਦਾ। ਪ੍ਰਾਇਮਰੀ ਕਰਿਕੂਲਮ ਮਤਲਬ ਜਦੋਂ ਅਸੀਂ ਪ੍ਰਾਇਮਰੀ ਲੈਵਲ ਤੇ ਬੱਚਿਆਂ ਨੂੰ ਅਲੱਗ-ਅਲੱਗ ਤਰੀਕੇ ਦੀਆਂ ਚੀਜ਼ਾਂ ਨੇ ਜਿਹੜੀਆਂ ਉਹ ਕੀ ਕਰਦੇ ਆ, ਸਿਖਾਉਂਦੇ ਆ। ਤਾਂ ਆਪਣਾ A ਹੋ ਗਿਆ ਗਲਤ ਤੇ B ਹੋ ਗਿਆ ਸਹੀ, ਤਾਂ ਆਪਣਾ ਬਣ ਗਿਆ G। ਅੱਛਾ, ਵੈਸੇ ਤੁਸੀਂ ਨਾ A ਇਕੱਲੇ ਗਲਤ ਤੋਂ ਹੀ ਚੁਣ ਸਕਦੇ ਸੀ ਕਿਉਂਕਿ A ਫਾਲਸ ਇੱਥੇ ਵੀ ਨਹੀਂ, ਇੱਥੇ ਵੀ ਨਹੀਂ, ਇੱਥੇ ਵੀ ਨਹੀਂ, A ਫਾਲਸ ਸਿਰਫ A 'ਚ ਹੈ। ਪਰ ਮੇਰੇ ਜਿੰਨਾ ਦਿਮਾਗ ਨਹੀਂ ਲਾਉਣਾ, ਤੁਸੀਂ ਆਹ ਵਾਲਾ ਸਟੇਟਮੈਂਟ ਵੀ ਦੇਖਣਾ। ਤਾਂ A ਫਾਲਸ ਹੋ ਗਿਆ ਤੇ R ਕੀ ਹੋ ਗਿਆ, ਟਰੂ ਹੋ ਗਿਆ। ਸਹੀ ਹੋ ਗਿਆ ਨਾ। ਗ੍ਰਾਮਰ ਐਸੈਂਸ਼ੀਅਲ ਪਾਰਟ ਹੈ, ਗ੍ਰਾਮਰ ਤੇ ਧਿਆਨ ਦੇਵਾਂਗੇ ਪ੍ਰਾਇਮਰੀ ਕਰਿਕੂਲਮ ਦੇ ਵਿੱਚ। ਕੁਛ ਨਾ ਕੁਛ ਐਕਟੀਵਿਟੀ ਇਹੋ ਜਿਹੀਆਂ ਕਰਾਵਾਂਗੇ ਕਿ ਬੱਚਾ ਗ੍ਰਾਮੈਟਿਕਲੀ ਇੰਟਰਸਟ ਲਵੇ, ਠੀਕ ਹੈ। ਚਲੋ ਬੱਚੋ, ਅਗਲਾ ਸਵਾਲ ਹੈ ਥਿਓਰੈਟੀਕਲ ਪੋਜੀਸ਼ਨਸ ਐਂਡ ਬਿਲੀਫਸ about the nature of a language। क्वेश्चन पढ़ना पहला ध्यान नाल।
theoretical positions and beliefs about the nature of language, the nature of language learning and the applicability of both the pedagogy ਕਿੱਡਾ ਕੁਛ ਹੈ। ਬੇਸਿਕਲੀ ਮੈਂ ਤੁਹਾਨੂੰ ਇਹਨੂੰ ਛੋਟੇ ਸ਼ਬਦਾਂ ਦੇ ਵਿੱਚ ਦੱਸ ਦਿੰਨੀ ਆ ਕਿ ਇੱਥੇ ਇਹ ਲਿਖਿਆ ਗਿਆ ਹੈ ਕਿ ਜਿਹੜੇ ਲੈਂਗੁਏਜ ਦੇ ਥਿਓਰੈਟੀਕਲ ਬਿਲੀਫਸ ਹੁੰਦੇ ਨੇ, ਕਿਸੇ ਵੀ ਭਾਸ਼ਾ ਦਾ ਇੱਕ ਥਿਓਰੈਟੀਕਲ ਬਿਲੀਫ ਆ, ਕਿਸੇ ਵੀ ਭਾਸ਼ਾ ਦਾ ਇੱਕ ਸੁਭਾਅ ਥਿਓਰੈਟੀਕਲ ਬਿਲੀਫ ਆ, ਠੀਕ ਹੈ। ਕਿਸੇ ਵੀ ਭਾਸ਼ਾ ਦੇ ਥਿਓਰੈਟੀਕਲ ਬਿਲੀਫ ਨੂੰ ਅਸੀਂ ਕੀ ਕਹਿੰਦੇ ਆ? ਪਹਿਲੀ ਗੱਲ ਤਾਂ ਸਿਲੇਬਸ ਨਹੀਂ ਹੋ ਸਕਦਾ ਤੇ ਕੰਟੈਂਟ ਨਹੀਂ ਹੋ ਸਕਦਾ, ਦੋ ਚੀਜ਼ਾਂ ਤਾਂ ਬਿਲਕੁਲ ਨਹੀਂ ਹੋ ਸਕਦੀਆਂ। ਇਹਦੇ ਵਿੱਚ ਜਾਂ ਤਾਂ ਟੈਕਨੀਕ 'ਚ ਕਨਫਿਊਜ਼ ਹੋਣਗੇ ਜਾਂ ਅਪਰੋਚ ਦੇ ਵਿੱਚ। ਟੈਕਨੀਕ ਤਾਂ ਇਹ ਹੁੰਦੀ ਆ ਵੀ ਕਿਸੇ ਵੀ ਚੀਜ਼ ਨੂੰ ਪੜ੍ਹਾਉਣ ਦਾ ਅਲੱਗ-ਅਲੱਗ ਮੈਥਡ ਕੀ ਆ। ਫॉर एग्जांपल ਅਸੀਂ ਗ੍ਰਾਮਰ ਨੂੰ ਪੜ੍ਹਾਉਣ ਦੇ ਅਲੱਗ-ਅਲੱਗ ਟੈਕਨੀਕਸ ਵਰਤਦੇ ਹਾਂ, ਅਲੱਗ-ਅਲੱਗ ਮੈਥਡਸ ਵਰਤਦੇ ਹਾਂ, ਤਾਂ ਟੈਕਨੀਕ ਤਾਂ ਹੋ ਨਹੀਂ ਸਕਦਾ। ਤੇ ਇੱਕ ਜਦੋਂ ਅਸੀਂ ਭਾਸ਼ਾ ਦੇ ਥਿਓਰੈਟੀਕਲ ਬਿਲੀਫ ਦੀ ਗੱਲ ਕਰਦੇ ਹਾਂ ਕਿਸੇ ਵੀ ਭਾਸ਼ਾ ਦੇ, ਉਹਨੂੰ ਅਸੀਂ ਕੀ ਬੋਲਦੇ ਹਾਂ? ਅਪਰੋਚ ਬੋਲਦੇ ਹਾਂ। ਉਹਨੂੰ ਅਸੀਂ ਕੀ ਬੋਲਦੇ ਹਾਂ? ਅਪਰੋਚ ਬੋਲਦੇ ਹਾਂ, ਠੀਕ ਹੈ। ਇਹ ਪੁਆਇੰਟ ਜ਼ਰੂਰ ਯਾਦ ਰੱਖਣਾ। ਤਾਂ ਕਿਹੜਾ ਆਪਸ਼ਨ ਆ ਗਿਆ ਜੀ? ਹਾਂਜੀ, ਕਿਹੜਾ ਆਪਸ਼ਨ ਆ ਗਿਆ ਜੀ? ਸਾਡਾ ਡੀ ਆਪਸ਼ਨ ਆ ਗਿਆ। ਚਲੋ ਜੀ, ਫਾਰਮੈਟਿਵ ਇਵੈਲੂਏਸ਼ਨ ਬਹੁਤ ਜ਼ਰੂਰੀ ਸਵਾਲ ਹੈ। ਤੁਸੀਂ ਅਕਸਰ CDP ਦੇ ਵਿੱਚ ਵੀ ਪੜ੍ਹਦੇ ਹੋ। ਫਾਰਮੈਟਿਵ ਇਵੈਲੂਏਸ਼ਨ ਹੋ ਗਿਆ, ਸਮੇਟਿਵ ਹੋ ਗਿਆ, ਠੀਕ ਹੈ। ਫਾਰਮੈਟਿਵ ਇਵੈਲੂਏਸ਼ਨ ਕੀ ਹੁੰਦੀ ਹੈ? ਅਸੀਂ ਦੋ ਇਵੈਲੂਏਸ਼ਨਸ ਬਹੁਤ ਪੜ੍ਹਦੇ ਹਾਂ ਪੈਡਾਗੋਜੀ ਸੈਕਸ਼ਨ ਦੇ ਵਿੱਚ। ਇੱਕ ਅਸੀਂ ਫਾਰਮੈਟਿਵ ਇਵੈਲੂਏਸ਼ਨ ਪੜ੍ਹਦੇ ਹਾਂ ਤੇ ਦੂਸਰਾ ਅਸੀਂ ਸਮੇਟਿਵ ਇਵੈਲੂਏਸ਼ਨ ਪੜ੍ਹਦੇ ਹਾਂ। ਦੋ ਪੜ੍ਹਦੇ ਹਾਂ ਨਾ ਆਪਾਂ, ਇੱਕ ਅਸੀਂ ਫਾਰਮੈਟਿਵ ਪੜ੍ਹਦੇ ਹਾਂ ਤੇ ਦੂਸਰੀ ਅਸੀਂ ਕਿਹੜੀ ਪੜ੍ਹਦੇ ਹਾਂ? ਸਮੇਟਿਵ ਪੜ੍ਹਦੇ ਹਾਂ। ਹੁਣ ਜਿਹੜੀ ਫਾਰਮੈਟਿਵ ਇਵੈਲੂਏਸ਼ਨ ਹੁੰਦੀ ਹੈ, ਇਹ ਕਿਹਦੇ ਲਈ ਹੁੰਦੀ ਹੈ? ਫॉर द ਇੰਪਰੂਵਮੈਂਟ ਐਂਡ ਫॉर द ਫੀਡਬੈਕ। ਦੇਖ ਲਈ ਆਪਾਂ, ਜਿਹੜੀ ਫਾਰਮੈਟਿਵ ਇਵੈਲੂਏਸ਼ਨ ਹੈ ਇਹ ਕਾਦੇ ਵਾਸਤੇ ਹੁੰਦੀ ਹੈ? ਫॉर द ਇੰਪਰੂਵਮੈਂਟ, ਕਿ ਅਸੀਂ ਬੱਚੇ ਨੂੰ ਇੰਪਰੂਵ ਕਰੀਏ, ਸਮੇਂ-ਸਮੇਂ ਤੇ ਜਿਹੜੀਆਂ ਬੱਚਾ ਗਲਤੀਆਂ ਕਰ ਰਿਹਾ ਉਹਨੂੰ ਦੇਖੀਏ ਤੇ ਨਾਲ-ਨਾਲ ਬੱਚੇ ਦੀ ਫੀਡਬੈਕ ਵੀ ਦੇਖੀਏ, ਠੀਕ ਹੈ। ਫੀਡਬੈਕ ਵੀ ਸਮੇਟਿਵ ਫਾਰਮੈਟਿਵ ਇਵੈਲੂਏਸ਼ਨ ਹੀ ਹੁੰਦੀ ਹੈ। ਔਰ ਜਿਹੜੀ ਫਾਰਮੈਟਿਵ ਇਵੈਲੂਏਸ਼ਨ ਹੈ ਇਹ ਡਿਊਰਿੰਗ ਕੋਰਸ ਹੁੰਦੀ ਹੈ। ਡਿਊਰਿੰਗ ਕੋਰਸ ਮਤਲਬ ਜਦੋਂ ਬੱਚਾ ਕਲਾਸ ਦੇ ਵਿੱਚ ਪੜ੍ਹ ਰਿਹਾ ਹੈ। ਫॉर एग्जांपल ਕੋਈ ਬੱਚਾ 7ਵੀਂ ਕਲਾਸ ਦੇ ਵਿੱਚ ਪੜ੍ਹ ਰਿਹਾ ਹੈ ਤਾਂ 7ਵੀਂ ਕਲਾਸ ਦੇ ਵਿੱਚ ਟੀਚਰ ਉਹਦਾ ਡੇਲੀ ਵੀ ਕਈ ਵਾਰੀ ਟੈਸਟ ਲੈ ਲੈਂਦਾ, ਜਾਂ ਟੀਚਰ ਉਹਨੂੰ ਕਈ ਵਾਰੀ ਖੜੇ ਕਰਕੇ ਪੁੱਛ ਲੈਂਦਾ ਵੀ ਮੈਨੂੰ ਆਸ ਕੁਐਸਚਨ ਦਾ ਆਨਸਰ ਦੇ। ਇਹਦਾ ਮਤਲਬ ਉਹਦੀ ਇਵੈਲੂਏਸ਼ਨ ਤਾਂ ਹੋ ਰਹੀ ਹੈ, ਉਹਦਾ ਮੁਲਾਂਕਣ ਤਾਂ ਹੋ ਰਿਹਾ, ਪਰ ਉਹ ਡਿਊਰਿੰਗ ਕੋਰਸ ਹੋ ਰਿਹਾ। ਔਰ ਕਾਦੇ ਲਈ ਹੋ ਰਿਹਾ? ਇੰਪਰੂਵਮੈਂਟ ਵਾਸਤੇ। ਟੀਚਰ ਉਹਨੂੰ ਸਿਖਾਉਣੀ ਚਾਹ ਰਹੀ ਹੈ, ਟੀਚਰ ਉਹਨੂੰ ਉਸ ਕਨਸੈਪਟ ਨੂੰ ਕੀ ਕਰ ਰਹੀ ਹੈ? ਕਿਸੇ ਨਾ ਕਿਸੇ ਕਾਰਨ ਕਰਕੇ ਕੀ ਕਰ ਰਹੀ ਹੈ? ਸਿਖਾ ਰਹੀ ਹੈ। ਤਾਂ ਇਹ ਬੱਚੋ ਕਿਹੜੀ ਹੋਗੀ? ਫਾਰਮੈਟਿਵ ਹੋਗੀ। ਦੂਸਰੀ ਸਮੇਟਿਵ ਕਿਹੜੀ ਹੁੰਦੀ ਹੈ? ਸਮੇਟਿਵ ਐਟ ਦਾ ਐਂਡ, ਜਿਹੜੇ ਸਾਡੇ ਫਾਈਨਲ ਪੇਪਰ ਹੁੰਦੇ ਨੇ, ਠੀਕ ਹੈ ਜੀ। ਜਿਹੜੀ ਤਾਂ ਫਾਰਮੈਟਿਵ ਹੈ ਇਹ ਤਾਂ ਡਿਊਰਿੰਗ ਕੋਰਸ ਹੈ, ਡਿਊਰਿੰਗ ਟੀਚਿੰਗ ਲਰਨਿੰਗ ਪ੍ਰੋਸੈਸ ਹੈ। ਤੇ ਜਿਹੜੀ ਸਾਡੀ ਸਮੇਟਿਵ ਹੈ ਇਹ ਕੀ ਹੋਊਗੀ? ਇਹ ਐਂਡ ਤੇ ਹੋਊਗੀ। ਐਂਡ ਤੇ ਜਦੋਂ ਅਸੀਂ ਬੱਚੇ ਦੀ ਜੱਜਮੈਂਟ ਕਰਨੀ ਹੈ ਕਿ ਬੱਚੇ ਨੇ ਪੂਰੇ ਸਾਲ ਦੇ ਵਿੱਚ ਕੀ ਸਿੱਖਿਆ ਔਰ ਕੀ ਬੱਚਾ ਕਾਬਲ ਹੈ ਕਿ ਉਹ 7ਵੀਂ ਕਲਾਸ ਤੋਂ 8ਵੀਂ ਕਲਾਸ ਦੇ ਵਿੱਚ ਸ਼ਿਫਟ ਹੋ ਜੇ, ਇਹਨੂੰ ਅਸੀਂ ਕਿਹੜੀ ਬੋਲਦੇ ਹਾਂ? ਸਮੇਟਿਵ। ਸੋ ਡਿਊਰਿੰਗ ਕੋਰਸ, ਡਿਊਰਿੰਗ ਲਰਨਿੰਗ ਐਂਡ ਟੀਚਿੰਗ ਪ੍ਰੋਸੈਸ ਕੀ ਹੋਊਗੀ? ਫਾਰਮੈਟਿਵ। ਐਟ ਦਾ ਐਂਡ ਆਫ ਦਾ ਕੋਰਸ ਫॉर द ਜਜਮੈਂਟ ਕੀ ਹੋਊਗੀ? ਸਮੇਟਿਵ। ਜਿਵੇਂ ਸਾਡੇ ਸਕੋਰਸ, ਜਿਵੇਂ ਸਾਡੇ ਫਾਈਨਲ ਐਗਜ਼ਾਮਸ ਹੁੰਦੇ ਨੇ। ਤਾਂ ਹੁਣ ਆਨਸਰ ਦੇਖੋ, ਫਾਰਮੈਟਿਵ ਇਵੈਲੂਏਸ਼ਨ ਇਜ਼ ਨਾਟ ਸਬਜੈਕਟਡ ਟੂ ਚੇਂਜ, ਗਲਤ। what is happening in the teaching learning process, ਗਲਤ। related to the ongoing development and ਇੰਪਰੂਵਮੈਂਟ, ਤਾਂ ਮੈਂ ਹੁਣੇ ਦੱਸ ਕੇ ਹਟੀ ਤੁਹਾਨੂੰ ਵੀ ongoing development ਕਿਸ ਤਰੀਕੇ ਦੀ ਹੈ, ਬੱਚਾ ਕਿਸ ਤਰੀਕੇ ਨਾਲ ਚੀਜ਼ਾਂ ਨੂੰ ਇੰਪਰੂਵ ਕਰ ਰਿਹਾ ਹੈ। ਬੱਚੇ ਦੀਆਂ ਕਨਸੈਪਟਸ ਨੂੰ ਇੰਪਰੂਵ ਕਰਨ ਵਾਸਤੇ ਜਿਹੜੀ ਹੁੰਦੀ ਹੈ ਉਹ ਕਿਹੜੀ ਹੁੰਦੀ ਹੈ? ਫਾਰਮੈਟਿਵ ਹੁੰਦੀ ਹੈ। ਤਾਂ ਕਾਫੀ ਬੱਚਿਆਂ ਨੇ ਸਹੀ ਆਨਸਰ ਦਿੱਤਾ ਹੈ। ਆਪਣੇ ਸਵਾਲ ਦਾ ਆਨਸਰ ਕੀ ਆਜੂ? ਸੀ। ਇੱਕ ਵਾਰੀ ਡੀ ਵੀ ਦੇਖ ਲਈਏ, ਕੈਰੀਡ ਆਊਟ ਐਟ ਅ ਪ੍ਰੀ ਸਪੈਸੀਫਾਈਡ ਔਰ ਪਾਰਟਿਕੂਲਰ ਸਟੇਜ ਇਨ ਦਾ ਕੋਰਸ। ਪ੍ਰੀ ਸਪੈਸੀਫਾਈਡ ਨਹੀਂ ਹੁੰਦਾ, ਮਤਲਬ ਇਹ ਅਸਲ ਦੇ ਵਿੱਚ ਡਿਊਰਿੰਗ ਦਾ ਕੋਰਸ ਹੁੰਦਾ, ਡਿਊਰਿੰਗ ਦਾ ਟੀਚਿੰਗ ਲਰਨਿੰਗ ਪ੍ਰੋਸੈਸ ਹੁੰਦਾ। ਕਲੀਅਰ ਹੋਇਆ ਨਾ? ਬਿਲਕੁਲ ਬਿਲकुल। ongoing development and ਇੰਪਰੂਵਮੈਂਟ ਡਿਊਰਿੰਗ ਸਮੇਟਿਵ ਐਂਡ, ਬਿਲਕੁਲ। ਫਾਰਮੈਟਿਵ ਡਿਊਰਿੰਗ ਹੁੰਦੀ ਹੈ ਤੇ ਸਮੇਟਿਵ ਐਂਡ ਤੇ ਹੁੰਦੀ ਹੈ। ਕਾਫੀ ਬੱਚੇ ਸਹੀ ਆਨਸਰ ਲਾ ਕੇ ਗਏ ਨੇ। ਲਾਈਕ ਸ਼ੇਅਰ ਕਰ ਦਿਓ ਜੀ, ਜਿਹੜੇ ਬੱਚਿਆਂ ਨੇ ਲਾਈਕ ਨਹੀਂ ਕਰੀ ਵੀਡੀਓ ਲਾਈਕ ਲੂਇਕ ਕਰ ਦਿਆ ਕਰੋ ਭਾਈ। ਚੂਜ਼ ਦਾ ਸਟ੍ਰੈਟੇਜੀ that matches the example
ध्यान नाल पढ़ना क्वेश्चन। राजस्थान के टैट दे विच बहुत बारी आया हुआ, सी टैट दे विच बहुत बारी आया हुआ। क्वेश्चन इंपॉर्टेंट है। चूज द स्ट्रेटजी दैट मैचेस द एग्जाम्पल। एग्जाम्पल की है, आई फोकस ऑन द लैंग्वेज आई यूज टू मेक श्योर इट्स करैक्ट। तुसी देखिया होना कई बारी कि कई बारी आपां पढ़ाउंदे जां तुसी कई बारी पढ़दे किसी शब्द नूं जानदे होए भी एक फ्लो दे विच गलत कह लैंदे हो। मतलब कोई शब्द तुसी ऑलरेडी जानदे हुंदे हो बट थोड़ा ध्यान नहीं हुंदा जां एक फ्लो इहो जिहा हुंदा है, तुसी ओनू की बोल दिंदे हो गलत ते ओहदे नाल दी नाल ही तुसी ओनू सही भी कर लैंदे हो। यही चीज इत्थे लिखी है, आई फोकस ऑन द लैंग्वेज, मैं लैंग्वेज ते फोकस कर रहा, मतलब मैं भाषा बोल रहा। आई यूज टू मेक श्योर इट इज करैक्ट, ते मैं नाल दी नाल जे कोई गलती हुंदी है आई डू कि मैं भाई इस गलती नूं की करा, सही करा। ठीक है, ਤਾਂ ਇਹਨੂੰ ਅਸੀਂ ਕੀ बोलते हैं, ट्रांसलैंगुअलिज्म बोलते हैं, ਜਾਂ ਮੈਮੋਰਾਈਜ਼ਿੰਗ बोलते हैं, ਜਾਂ ਰਿਵਾਈਜ਼ਿੰਗ बोलते हैं, ਜਾਂ ਸੈਲਫ ਮੋਨੀਟਰਿੰਗ बोलते हैं। ਤਾਂ ਇਹਨੂੰ ਅਸੀਂ ਕੀ बोलते हैं, ਇਹਨੂੰ ਅਸੀਂ ਪਹਿਲੀ ਤਾਂ ट्रांसलैंगुअलिज्म ਦਾ ਮਤਲਬ ਕੀ ਹੁੰਦਾ ਹੈਗਾ, ਜਦੋਂ ਅਸੀਂ ਮਲਟੀਪਲ ਲੈਂਗੁਏजेस ਨੂੰ ਯੂਜ਼ ਕਰਦੇ ਹਾਂ। ਠੀਕ ਹੈ, ਮੈਮੋਰਾਈਜ਼ਿੰਗ ਦਾ ਮਤਲਬ ਯਾਦ ਕਰਨਾ ਹੁੰਦਾ, ਮੈਮੋਰਾਈਜ਼ਿੰਗ ਦਾ ਤਾਂ ਇੱਥੇ ਕੋਈ ਕਨਸੈਪਟ ਹੀ ਨਹੀਂ ਹੈਗਾ। ਰਿਵਾਈਜ਼ ਨੂੰ ਚੀਜ਼ ਨੂੰ ਰਿਵਾਈਜ਼ ਕਰਨਾ, ਕਿ ਰਿਵਾਈਜ਼ ਕਰਕੇ ਮੈਂ ਉਹਨੂੰ ਕਰੈਕਟ ਕਰੂੰਗੀ, then it is called self monitoring। मैं आपदे आप नूं मॉनिटर कर रही हाँ कि मेरे तो कुछ गलत हो गया। कई बार तुसी बोलते हो ना तो तुहानूं लगदा गा कि मतलब भी पढ़ाउंदे पढ़ाउंदे कई बार ना मैं फॉर एग्जाम्पल मैं क्लास दे विच पढ़ा रही हाँ तो कई बार मैनूं ना सारा दिन अटकरिया हुंदा है भी अज किसी क्लास दे विच किसी बैच दे विच कोई गल ना बच्चे नूं उल्टी कही गई जां कोई गल गलत दसी गई। कई बार कोई डेटा हुंदा, कई बार कोई डेट हुंदी है, साडे भी एग्जैक्ट नहीं याद हुंदी है ना, बथेरा असीं सोचदे हां। इह की है, इस सैल्फ मोनीटरिंग है, आपदे आप नूं मोनीटर करना और मेक श्योर कि वो करैक्ट होवे। फिर मैं दूजे दिन क्लास दे विच जाके पहलां वो गल दसदी भी कल ये गल होगी, इहनूं सही कर लिओ। दिस इज कॉल्ड सैल्फ मोनीटरिंग। याद रहूगा ना सारे बच्चों नूं? ठीक है, वेरी गुड। हाँ, आपदे आप नूं जज करना, बिल्कुल बिल्कुल। राहुल कुमार, शुक्रिया राहुल जी, शुक्रिया। पढ़ना तुसीं सारे बच्चों ने, ठीक है, पढ़न ते पूरा कॉन्सनट्रेशन रखना सारे बच्चों ने। ठीक है, किसी भी चीज़ की कोई टेंशन नहीं लैनी हैगी। अज मैनूं 3-4 बेचारियां कुड़ियां दा फोन आया तो मैनूं बड़ा महसूस हो रहा उदों दा, यार कई बार असीं किन्नियां मजबूरियां दे विच हुंदे आ। खुश रहा करो, कुछ नहीं हुंदा, लाइफ चलती रहनी है। चलो जी, सवाल पढ़ो, सोहना सवाल है। स्टूडेंट इन क्लास सैकेंड, आ याद रखना भी किहड़ी क्लास वाले बच्चे की गल हो रही है। कई थीरीज ने जिहड़ियां वो सैकेंड फस्ट 5th 8th 10th क्लास वाले ते वखरियां वखरियां चलदियां ने। दूजी क्लास का जवाक एक सॉन्ग गा रहा, लै आ तां असीं बहुत बारी सुनिया, हैड एंड शोल्डर नीज एंड टोज, है ना, जिवें बच्चा एक्शन कर रहे हैं, हैड एंड शोल्डर नीज एंड टोज, हैड एंड शोल्डर नीज एंड टोज कर रहे हैं ना। नीज टोज मेरे दिख नहीं रहे, हुण मैं दिखा भी नहीं सकती, है ना, आएँ करके लत्त। चलो, कहते भी एक कोई ना कोई सिंगा सॉन्ग, मतलब कोई एक्शन करके सॉन्ग कर रहा है फिजिकली। कल एक क्वेश्चन करया सी इहदे वर्गा, किहड़ा क्वेश्चन करया सी इहदे वर्गा, किहड़ा क्वेश्चन करया सी, तुहानूं आउंदा इहदा जवाब? लै फिर आ गया जवाब। हाँ जी, कमलजीत, पवन, बेअंत, सरबजीत, लै छा गए जी, छा गए जी, छा गए। चलो जी, सो ये है जी साडा टोटल फिजिकल रिस्पॉन्स, जो बच्चा फिजिकली इनवॉल्व हुंदा, जो बंदा एक्शन करता है। कल भी असी एक्शन करया सी, मछली जल की रानी है, करया सी ना, जॉनी जॉनी यस पापा, ईटिंग शुगर नो पापा। ठीक है, सो ये की है, टोटल फिजिकल रिस्पॉन्स है, बच्चा फिजिकली इनवॉल्व है किसी प्रोसैस दे विच। ठीक है जी, विच मैथड इज द टीचर यूजिंग टू टीच दैम, इट्स टोटल फिजिकल रिस्पॉन्स, दैट इज TPR। हुण देखो ਇਹਦਾ आंसर आ गया डी। आ की हुंदा है, इकलैक्टिक की हुंदा है। कई बार इकलैक्टिक दा भी क्वेश्चन आ जाता है। मिक्स एंड मैच ऑफ मल्टीपल अप्रोचेस, मिक्स एंड मैच ऑफ मल्टीपल अप्रोचेस, मिक्स एंड मैच ऑफ मल्टीपल अप्रोचेस। जदों असीं एक तो ज्यादा अप्रोचेस नूं मिक्स करके क्लास दे विच पढ़ाउने आ, टीचर हर तंत्रा पैंतरा वरतदा क्लास दे विच, हर तरीके दी अप्रोच नूं फॉलो करदा। जिवें असीं देखिआ कि कई लर्नर ऑडियो जिहड़े हुंदे ने, लर्नर मतलब सुन के सिखदे ने,
टीचर उन्होंने सुना के सिखाउंदा है। कई विजुअल लर्नर्स हुंदे ने ਜਿਹੜੇ देख के सिखते ने, टीचर ਉਹਦੇ ਵਾਸਤੇ बोर्ड ਤੇ लिखदा है। कई ऑडियो विजुअल हुंदे ने, ਅੱਡ ਅੱਡ ਪੈਂਤਰੇ ਪੜਾ ਰਿਹਾ टीचर। इट मीनस एक्लैक्टिक मिक्स एंड मैच ऑफ मल्टीपल अप्रोचेस। बोलते तो नहीं। अगला पॉइंट ऑडियो लिंगुअल का मतलब तो तुहानू पता ही है, ठीक है। ये एक इंपॉर्टेंट चीज लिखी हुई है CLT कम्युनिकेशन लैंग्वेज टीचिंग। CLT का की मतलब हुंदा है, ਇਹਦਾ भी सवाल पेपर च पूछा जा चुक्या साडे। CLT का मतलब की हुंदा हैगा कि ਅਸੀਂ ਭਾਸ਼ਾ ਨੂੰ यूज करके सिखते हैं। ਜਦੋਂ ਇਹਨੂੰ ਧਿਆਨ ਨਾਲ देखना है। कम्युनिकेटिव लैंग्वेज टीचिंग का मतलब की हुंदा है ਭਾਸ਼ਾ ਨੂੰ यूज करके सीखना। बहुत इंपॉर्टेंट है। ਈਵਨ ਕਿ ਸਭ ਤੋਂ ਇਫੈਕਟਿਵ ਅਪਰੋਚ ਹੈ ਜਦੋਂ ਅਸੀਂ ਭਾਸ਼ਾ ਨੂੰ ਮਤਲਬ ਜਿੰਨਾ ਅਸੀਂ ਉਹਨੂੰ ਬੋਲਾਂਗੇ, ਜਿੰਨਾ ਅਸੀਂ ਆਪਸ ਦੇ ਵਿੱਚ ਇੱਕ ਦੂਜੇ ਨਾਲ ਗੱਲਬਾਤ ਕਰਾਂਗੇ। ਜਦੋਂ ਤੁਸੀਂ ਇੰਗਲਿਸ਼ ਸਿੱਖਣ ਜਾਂਦੇ ਹੋ ਤੁਹਾਨੂੰ ਸਭ ਤੋਂ ਪਹਿਲਾਂ ਕੀ ਕਿਹਾ ਜਾਂਦਾ ਹੈ ਕਿ ਭਾਈ ਤੁਹਾਡੇ ਨਾਲ ਜਿਹੜਾ ਬੰਦਾ ਅੰਗਰੇਜ਼ੀ 'ਚ ਗੱਲਬਾਤ ਕਰ ਸਕਦਾ ਉਹਦੇ ਨਾਲ ਅੰਗਰੇਜ਼ੀ 'ਚ ਗੱਲਬਾਤ ਕਰੋ। ਲਰਨ ਬਾय ਡੂਇੰਗ, ਦਿਸ ਇਜ਼ CLT। याद रखना है, भुलना नहीं। आंसर की आना अपना डी आंसर आना। ये भी नहीं भुलना। लाइक शेयर कर दो जी, सैशन नू जरूर लाइक शेयर करना सारे बच्चों ने, ठीक है। चलो जी, कौन बच्चा की कहता है? संदीप कहती भी अच्छा साडे भी उही काम हो रहा, छोटे बच्चों वांग पढ़ाना। हाँ 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 बिल्कुल बिल्कुल बिल्कुल, टोटल फिजिकल रिस्पॉन्स, ठीक है। कादी क्वालिटी नहीं गुड हैगी, स्क्रीन की क्वालिटी नहीं गुड हैगी। वधिया तो लिखा यार, है ना, वधिया लिखा ना। चलो अगले पॉइंट ते चलते हैं। इनू आपां काली करांगे कल नूं, स्क्रीन नूं काली स्क्रीन ते वध दिखदा। चलो जी, स्टूडेंट वर्क इन ग्रुप। स्टूडेंट ग्रुप च बैठे ने टू आंसर 5 क्वेश्चंस अबाउट वोकैबलरी फ्रॉम द प्रीवियस यूनिट। मतलब वोकैबलरी बारे एक दूजे नाल डिस्कशन करने वास्ते ग्रुप च बैठे हुए ने। दैन दे एक्सचेंज क्वेश्चंस विद अनदर ग्रुप एंड ट्राई टू आंसर द क्वेश्चन। जिवें अपनी क्लास दे विच मैडम ग्रुप बना के एक गेम खड़ाउंदी हुंदी सी वर्ड्स बारे, है ना। जिवें एक ग्रुप बनाता 5 बच्चों का, एक दूसरा 5 बच्चों का, 3, एक आ ग्रुप है, एक आ ग्रुप है, एक आ ग्रुप है, एक आ ग्रुप आ, 5 ग्रुप बैठे ने। ये शब्द इन्हां नूं कहा भी चलो तुसीं बुझो, इन्हां तो बुझिया नहीं गया, फिर इन्हां कोले गया, इन्हां तो नहीं बुझिया गया, इहदे कोले गया। ये प्रोसैस हो रही है। क्वेश्चन पढ़ो ध्यान नाल सारे बच्चे पहला, ठीक है। अच्छा अच्छा ठीक है जी। अल्फाज कहंदा तुसीं बहुत सुन। हाँ हाँ हाँ, मैनू बंडल ऑफ ब्लैसिंग्स। ਉਹ ਸ਼ੁਕਰੀਆ ਯਾਰ। ਜਦੋਂ ਤੁਸੀਂ ਐਂ ਕਹਿੰਦੇ ਹੋ ਨਾ ਮੈਡਮ ਵੀ ਤੁਹਾਡਾ ਮਤਲਬ ਵੀ ਸਾਡਾ ਦਿਲ ਖੁਸ਼ ਹੁੰਦਾ ਤੁਹਾਡੇ ਤੋਂ ਪੜ੍ਹ ਕੇ, ਤੇ ਤੁਹਾਨੂੰ ਦੁਆ ਦੀ ਕੋਈ ਕੀਮਤ ਨਹੀਂ। ਅਸੀਂ ਹਰ ਚੀਜ਼ ਖਰੀਦ ਸਕਦੇ ਹਾਂ, ਪਰ ਜਦੋਂ ਅਸੀਂ ਕਿਸੇ ਦਾ ਦਿਲ ਠਾਰਦੇ ਹਾਂ ਨਾ, ਤੇ ਜਿਹੜੀ ਦਿਲੋਂ ਦੁਆ ਨਿਕਲਦੀ ਹੈ ਉਹ ਮੇਰੇ ਲਈ ਸਭ ਤੋਂ ਇੰਪੋਰਟੈਂਟ ਆ। ਪਹਿਲਾਂ ਨਾ ਅਸੀਸ ਦੇਣੀ ਕਿਸੇ ਨੂੰ, ਅਸੀਸ ਇਜ਼ ਲਾਈਕ ਕਮਾਲ। ਚਲੋ ਹਾਂਜੀ, ਕੀ ਹੋ ਰਿਹਾ ਇਹ? ਦਿਸ ਇਜ਼ ਐਨ ਐਗਜ਼ਾਮਪਲ ਆਫ। पहली गल तो सैल्फ असैसमेंट तो बिल्कुल नहीं हो रही। सैल्फ असैसमेंट अपने आप की असैसमेंट करनी, मतलब आपां कल्ले बैठ के करांगे, है ना। इत्थे की हो रही है, इत्थे की हो रही है ग्रुप दे विच। तां ग्रुप दे विच असीं सैल्फ असैसमेंट नहीं करांगे। सैल्फ असैसमेंट जदों असीं सैल्फ स्टडी कर रहे हुंदे हां। सैल्फ असैसमेंट का मतलब की है? जदों असीं सैल्फ स्टडी कर रहे हुंदे हां। इत्थे की है? साडे दोस्त, फ्रेंड्स, साडे मित्र मतलब साडे पीयर मतलब पीयर असैसमेंट। काफी जवाक सही जवाब दे रहे ने। बिल्कुल बिल्कुल बिल्कुल, हाँ जी, हो गया सही। बिल्कुल फीडबैक तो है ही नहीं, रीडिंग असैसमेंट तो है ही नहीं। सैल्फ असैसमेंट ते पीयर असैसमेंट दे विच एक होना सीगा। सैल्फ दे विच कल्ला बच्चा हैगा, इत्थे तां 5 ग्रुप बैठे ने, 5 जवाक बैठे ने। सो पीयर असैसमेंट विल बी द आंसर। क्लीयर होया? चलो जी अगले पॉइंट ते चलदे हां, नैक्सट क्वेश्चन ते चलदे हां। नहीं रविंद्र, प्रीवियस ईयर क्वेश्चन का भी मिक्सचर है, कुछ नवे भी ने, मतलब मैं पुराने भी मिला लेनी है, नवे भी चक लेनी है, ठीक है। हाँ वीरपाल, ममता शुक्रिया, जाने मन शुक्रिया। बस थोड़ियां दुआवां चाहिए ने रजे सानू, मतलब भी मैनू बड़ा चाह रहिंदा भी मैं बच्चों नू पढ़ावां। मैं बड़ा पैशनली मतलब पैशनेटली आपदे फील्ड नू, आपदे कहंदे जॉब नू इंजॉय करदी हां। इहदे विच वड्डा कारण यही है कि मैं साडे समाज दे सब तो अच्छे वर्ग नाल जुड़ी हुई हाँ। तुसी ओ वर्गों जिहड़े घरे बैठ के अपनी लाइफ दे लई प्रॉपर तरीके नाल स्ट्रगल कर रहे हो। मैनूं चंगा लगदा जदों कुड़ियां एफर्ट्स करदियां ने आपदे आप लई, आपदे आप नूं सैट करन वास्ते, चाहे वो विआहियां ने, चाहे उन्हां दे बच्चे ने, चाहे वो जॉब्स कर रही ने, बट स्टिल दे आर डूइंग एफर्ट। इट्स द बेस्ट थिंग, ठीक है। चलो जी, आई लाइक इट। लो जी सवाल पढ़ो पहला। कहते आई लाइक इट when the teacher gives me a card with a word of phrases on it।
ਕਹਿੰਦੇ ਮੈਨੂੰ ਵਧੀਆ ਲੱਗਦਾ ਹੈ ਵੀ ਜਦੋਂ ਕੋਈ ਟੀਚਰ ਮੈਨੂੰ ਕੋਈ ਕਾਰਡ ਦਿੰਦਾ ਹੈ ਜਿਹਦੇ ਉੱਪਰ ਕਾਫੀ ਫਰੇਜ਼ਸ ਮਤਲਬ ਵਰਡਸ। ਅੱਛਾ ਇਹ ਉਹੀ ਚੀਜ਼ ਆ, ਤੁਹਾਨੂੰ ਮਜ਼ਾ ਆਊਗਾ। ਕੀ ਮਜ਼ਾ ਆਊਗਾ। ਹੁਣ ਕਈ ਵਾਰੀ ਅਸੀਂ ਨਾ ਫਿਲਮ ਗੈਸ ਕਰਨੀ ਖੇਡਦੇ ਹੁੰਦੇ ਸੀਗੇ ਵੀ ਇੱਕ 4-5 ਬੰਦੇ ਬੈਠੇ ਨੇ ਜਾਂ ਅਸੀਂ ਕਲਾਸਰੂਮ ਦੇ ਵਿੱਚ ਬੈਠੇ ਆ ਤੇ ਕਲਾਸਰੂਮ ਦੇ ਵਿੱਚ ਬੈਠ ਕੇ ਇੱਕ ਬੱਚਾ ਸਾਹਮਣੇ ਜਾ ਰਿਹਾ ਹੈ ਤੇ ਸਾਹਮਣੇ ਬੱਚਾ ਐਕਸ਼ਨ ਕਰ ਰਿਹਾ। ਪੰਜਾਬੀ ਮੂਵੀ ਵਾਸਤੇ ਉੱਪਰ ਵਰਡ ਹੈ, ਹਿੰਦੀ ਵਾਸਤੇ ਨੀਚੇ ਹੈ, 3 ਵਰਡਸ ਦੀ ਮੂਵੀ ਹੈ, ਸਮਥਿੰਗ ਲਾਈਕ दैट। ठीक है, I like it when the teacher gives me a card with a word of phrases on it and I have to act it out for the rest of the class। ਤੇ ਮੈਨੂੰ ਸਾਰੀ ਕਲਾਸ ਨੂੰ ਇਹ ਚੀਜ਼ ਐਕਟ ਕਰਕੇ ਦਿਖਾਉਣੀ ਹੈ ਵੀ ਇਹ ਕੁਛ ਐਵੇਂ ਕਹਿ ਰਿਹਾ ਹੈ ਨਾ, ਜਿਵੇਂ ਮੈਂ ਮਤਲਬ ਕੋਈ ਚੀਜ਼ ਐਕਸ਼ਨ ਕਰਕੇ ਰਿਐਕਸ਼ਨ ਕਰਕੇ ਦਿਖਾਵਾਂ। ਠੀਕ ਹੈ, ਤੇ that they guess the word, ਤੇ ਉਹ ਵਰਡ ਗੈਸ ਕਰਦੇ ਨੇ। ਗੇਮ ਹੋ ਰਹੀ ਹੈ ਉਹੀ। find the learners comments with the learners preferences listed below। ਲਓ ਜੀ ਭਾਲੋ ਫਿਰ ਕਿਹੜਾ ਜਵਾਬ ਸਹੀ ਹੋ ਸਕਦਾ ਇਹਦੇ ਵਾਸਤੇ। ਸਵਾਲ ਦਾ ਜਵਾਬ ਕਰਨਾ ਛੇਤੀ ਛੇਤੀ। ਠੀਕ ਹੈ, ਚਲੋ ਜੀ। I remember language well when I am kinesthetically involved। kinesthetically involved ਦਾ ਮਤਲਬ ਕੀ ਹੁੰਦਾ ਹੈਗਾ, ਜਦੋਂ ਮੈਂ ਐਕਟਿਵਲੀ ਇਨਵੋਲਵਡ ਹੁੰਨਾ, ਬੋਡੀ ਤੋਂ ਐਕਟਿਵ ਹੋ ਕੇ ਇਨਵੋਲਵਡ ਹੁੰਨਾ। kinesthetically ਦਾ ਮਤਲਬ ਕੀ ਹੁੰਦਾ ਹੈ, ਬੋਡੀ ਤੋਂ ਐਕਟਿਵਲੀ ਹੋਣਾ। ਬੋਡੀ ਤੋਂ ਐਕਟਿਵਲੀ ਹੋਣਾ ਮਤਲਬ ਫਿਜ਼ੀਕਲੀ ਰਿਸਪੌਂਸ, ਉਹੀ ਚੀਜ਼ ਹੈ ਇਹ। ਫਿਜ਼ੀਕਲ ਜਿਹੜਾ ਆਪਣਾ ਪਿੱਛੇ ਪੜ ਕੇ ਆਏ ਅਸੀਂ ਹਨਾ, ਟੋਟਲ ਫਿਜ਼ੀਕਲ ਰਿਸਪੌਂਸ, ਟੋਟਲ ਫਿਜ਼ੀਕਲ ਰਿਸਪੌਂਸ ਵਾਲੀ ਗੱਲ ਹੀ ਹੋ ਰਹੀ ਹੈ। ਠੀਕ ਹੈ ਜੀ, when I am kinesthetically involved, ਜਦੋਂ ਮੈਂ ਬੋਡੀ ਤੋਂ ਐਕਸ਼ਨ ਕਰ ਰਿਹਾ ਨਾ ਬੱਚਾ ਕਲਾਸ ਦੇ ਵਿੱਚ। ਠੀਕ ਹੈ, ਐਕਸ਼ਨ ਕਰਕੇ ਬੱਚਾ ਕੀ ਦੱਸ ਰਿਹਾ, ਸਾਹਮਣੇ ਵਾਲੇ ਨੂੰ ਮੂਵੀ ਦਾ ਨਾਮ ਸਮਝਾ ਰਿਹਾ। ਠੀਕ ਹੈ, ਤਾਂ ਇਹ ਕੀ ਆ, ਇਹ ਪਹਿਲੀ ਆਪਸ਼ਨ ਆਪਣੀ ਸਹੀ ਆਪਸ਼ਨ ਬਣੀ ਨਾ ਗੱਲ। ਆਈ ਰਿਮੈਂਬਰ ਲੈਂਗੁਏਜ, ਮੈਨੂੰ ਕਹਿੰਦੇ ਲੈਂਗੁਏਜ ਵਧੀਆ ਲੱਗਦੀ। ਹੁਣ ਲਿਖੀਆਂ ਤਾਂ ਫਰੇਜ਼ਸ ਹੀ ਨਹੀਂ ਨਾ, ਵਰਡ ਆਫ ਫਰੇਜ਼ਸ ਮਤਲਬ ਕੁਝ ਫਰੇਜ਼ਸ ਲਿਖੀਆਂ ਗਈਆਂ ਨੇ, ਉਹਨੂੰ ਬੱਚਾ ਖੇਡ ਖੇਡ ਕੇ ਕੀ ਕਰ ਲੂਗਾ, ਸਿੱਖ ਲੂਗਾ, ਦਿਮਾਗ ਦੇ ਵਿੱਚ ਬਿਠਾ ਲੂਗਾ। ਤੇ ਜਦੋਂ ਸਿੱਖ ਗਿਆ ਤੇ ਉਹਦੇ ਨਾਲ ਉਹ ਕਿਉਂ ਸਿੱਖਿਆ, when I am kinesthetically involved। kinesthetically ਮਤਲਬ ਫਿਜ਼ੀਕਲੀ ਬੋਡੀ ਸਾਡੀ ਐਕਸ਼ਨ ਦੇ ਥਰੂ ਇਨਵੋਲਵਡ ਆ ਉਹਦੇ ਚੀਜ਼ ਦੇ ਵਿੱਚ। ਇਹ ਆਪਸ਼ਨ ਇਜ਼ ਦਾ ਕਰੈਕਟ ਆਪਸ਼ਨ। ਅੱਛਾ ਹੋਰ ਗੱਲ ਦੱਸ ਦਵਾਂ ਬੱਚੇ, ਇਸ ਨੰਬਰ ਤੇ ਕਾਲ ਕਰਕੇ ਆਪਣਾ 1 ਮਾਰਚ ਵਾਲਾ ਬੈਚ ਪਰਚੇਜ਼ ਕਰ ਲਓ ਜਿਹਨੇ ਕਰਨਾ, ਕਿਉਂਕਿ ਬੈਚ ਦੀ ਫੀਸ ਕੱਲ ਨੂੰ ਵੱਧ ਜੂਗੀ। ਠੀਕ ਹੈ, ਜਿਹੜਾ ਆਪਣਾ ਟਾਰਗੇਟ ਸੀ ਉਹ ਅੱਜ ਕੰਪਲੀਟ ਹੋ ਚੁੱਕਿਆ ਹੈ। ਮੈਂ 1 ਦਿਨ ਦਾ ਜ਼ਿਆਦਾ ਸਮਾਂ ਫਿਰ ਵੀ ਦੇ ਰਹੀ ਹਾਂ, ਤਾਂ ਜਿਹੜੇ ਵੀ ਤੁਹਾਡੇ ਦੋਸਤ ਮਿੱਤਰ ਨੇ, ਜਿਹੜਾ ਆਪਣਾ 2599 ਰੁਪਏ ਵਾਲਾ ਬੈਚ ਹੈ 1 ਮਾਰਚ ਤੋਂ ਜਿਹੜਾ ਸਟਾਰਟ ਹੈ, ਜਿਹੜਾ ਕਿ ਨਵਾਂ ਪੀਐਸ ਟੈਟ ਦੇ ਬੈਚ ਦੇ ਲਈ ਹੈ। ਤੁਹਾਡੇ ਦੋਸਤ ਮਿੱਤਰ, ਤੁਹਾਡੇ ਆਂਢੀ ਗੁਆਂਢੀ ਜਿਹੜੇ ਪ੍ਰੈਪਰੇਸ਼ਨ ਕਰਨਾ ਚਾਹੁੰਦੇ ਨੇ, ਉਹ ਬਾਅਦ ਚੋਂ ਵੀ ਕਰਨਗੇ, ਫਿਰ ਤੁਹਾਡੇ ਪੈਸੇ ਵੱਧ ਜਾਣਗੇ। ਤਾਂ ਤੁਸੀਂ ਬੈਟਰ ਹੈ ਕਿ 2600 ਰੁਪਏ ਦੇ ਵਿੱਚ ਇਹ ਬੈਚ ਪਰਚੇਜ਼ ਕਰ ਲਓ ਤੇ ਸਾਰਾ ਮਟੀਰੀਅਲ ਤੁਹਾਡੇ ਘਰੇ ਆਊਗਾ। ਇਹ ਮੈਂ ਦੱਸ ਦਵਾਂ, ਫਿਰ ਨਾ ਕਹੋ ਕਿ ਸਾਨੂੰ ਦੱਸਿਆ ਨਹੀਂ। ਫਿਰ ਕਈ ਵਾਰੀ ਬੱਚੇ ਕਹਿੰਦੇ ਸਰ ਤੁਹਾਨੂੰ ਲੇਟ ਦੇਖਿਆ ਜੀ, ਤੁਹਾਡੀ ਵੀਡੀਓ ਲੇਟ ਦੇਖੀ ਜੀ, ਫਿਰ ਐ ਕੰਮ ਨਹੀਂ ਨਾ ਬਣਨਾ। ਫਿਰ ਇੱਕ ਪ੍ਰੋਸੈਸ ਆਪਾਂ ਨੂੰ ਫੋਲੋ ਕਰਨਾ ਪੈਣਾ। ਤਾਂ ਫਿਰ ਪੁੱਤਰ ਜੀ ਇਹਦੀ ਫੀਸ ਜਾਣੀ ਹੈ ਵੱਧ, ਤੇ ਫਿਰ ਆਪਾਂ ਨੂੰ ਲੱਗਣਾ ਵੀ ਆਏ ਆ। ਠੀਕ ਹੈ, ਚਲੋ। ਆਈ ਰਿਮੈਂਬਰ ਲੈਂਗੁਏਜ ਵੈਨ ਆਈ ਸੀ ਇਟ, ਮਤਲਬ ਦੇਖ ਕੇ ਨਹੀਂ ਕਦੇ ਸਿੱਖਿਆ ਜਾ ਸਕਦਾ। ਇਹ ਵੀ ਸਾਨੂੰ ਪਤਾ ਹੈ ਵੀ ਅਸੀਂ ਦੇਖ ਕੇ ਬਹੁਤ ਘੱਟ ਸਿੱਖਦੇ ਹਾਂ। ਮੈਂ ਤੁਹਾਨੂੰ ਕਹਿਦਾ ਵੀ ਇੱਥੇ ਕੁਐਸਚਨ ਦੇਖੀ ਜਾਓ ਤੇ ਆਪਣੇ ਆਪ ਸੋਲਵ ਕਰੀ ਜਾਓ। ਇਜ਼ ਇਟ ਪੋਸੀਬਲ, ਇਹ ਹੈ ਸੰਭਾਵਨਾ ਕਿ ਤੁਸੀਂ ਦੇਖ ਕੇ ਸਿੱਖੋਗੇ, ਨਹੀਂ ਸਿੱਖ ਰਹੇ। ਠੀਕ ਹੈ, ਆਈ ਰਿਮੈਂਬਰ ਲੈਂਗੁਏਜ ਵੈਨ ਆਈ ਹੀਅਰ ਇਟ, ਮੈਂ ਸੁਣ ਕੇ ਸਿੱਖ ਲੂੰਗਾ, ਨਹੀਂ ਹੁੰਦਾ ਜੀ। ਆਈ ਮੈਮੋਰਾਈਜ਼ ਦਾ ਫਰੇਜ਼ਸ ਫਰੋਮ ਦਾ ਕਾਰਡ, ਕਿੰਨੀਆਂ ਕੁ ਫਰੇਜ਼ਸ ਨੂੰ ਮੈਮੋਰਾਈਜ਼ ਕਰ ਲੂੰਗੇ, ਨਹੀਂ ਹੋਣੀਆਂ। ਆਈ ਰਿਮੈਂਬਰ ਦਾ ਲੈਂਗੁਏਜ ਵੈਲ ਵੈਨ ਆਈ ਕਿਨੈਸਥੈਟਿਕਲੀ ਇਨਵੋਲਵਡ, ਬੱਚੇ ਨੂੰ ਅਸੀਂ ਫਿਜ਼ੀਕਲੀ ਇਨਵੋਲਵ ਕਰਕੇ ਤਾਂ ਲੈਂਗੁਏਜ ਸਿਖਾਉਣੀ ਆ। ਠੀਕ ਹੈ ਜੀ, ਕਲੀਅਰ ਪੁਆਇੰਟ। ਚਲੋ ਜੀ, ਤੁਹਾਡਾ ਜਿਹੜਾ ਘਰ ਵਾਲਾ ਕੁਐਸਚਨ ਹੈ ਇਹ ਕੁਐਸਚਨ ਹੈ। ਠੀਕ ਹੈ ਜੀ, ਇਸ ਕੁਐਸਚਨ ਦਾ ਸਾਰੇ ਬੱਚਿਆਂ ਨੇ ਕਮੈਂਟ ਸੈਕਸ਼ਨ ਦੇ ਵਿੱਚ ਆਨਸਰ ਦੇਣਾ। ਅੱਜ ਦੀ ਕਲਾਸ ਦਾ ਇੱਕ ਕੁਐਸਚਨ ਲਾਸਟ ਤੇ ਮਿਲਿਆ ਕਰੂਗਾ ਜਿਹਦਾ ਤੁਸੀਂ ਸਾਰੇ ਬੱਚੇ ਆਨਸਰ ਕਰਿਆ ਕਰੋਗੇ। ਲਾਈਕ ਸ਼ੇਅਰ ਜ਼ਰੂਰ ਕਰ ਜਾ ਕਰੋ ਵੀਡੀਓ ਨੂੰ, ਔਰ ਜਦੋਂ ਵੀਡੀਓ ਆਪਣੀ ਬੰਦ ਹੋਗੀ ਉਸ ਤੋਂ ਬਾਅਦ ਆਪਣੇ ਕਮੈਂਟਸ ਜ਼ਰੂਰ ਕਰਕੇ ਜਾਣੇ ਨੇਗੇ, ਤਾਂ ਕਿ ਮੈਂ ਉਹਨਾਂ ਕਮੈਂਟਸ ਨੂੰ ਪੜਾਂ ਤੇ ਆਪਾਂ ਉਹਦੇ ਥਰੂ ਇੱਕ ਦੂਜੇ ਨਾਲ ਕਨੈਕਟਡ ਫੀਲ ਕਰੀਏ। ਠੀਕ ਹੈ ਜੀ, ਸੋ ਇਹ ਚੀਜ਼ ਧਿਆਨ 'ਚ ਰੱਖਣੀ ਹੈ ਸਾਰੇ ਬੱਚਿਆਂ ਨੇ। ਆਨਲਾਈਨ ਕਲਾਸਿਸ ਹੋਣਗੀਆਂ, ਬਿਲਕੁਲ ਆਨਲਾਈਨ ਹੋਣਗੀਆਂ ਰਾਜਦੀਪ। ਬਸ ਤੁਸੀਂ ਕੁਝ ਨਹੀਂ ਕਰਨਾ ਬੱਚਾ, ਇਸ ਨੰਬਰ ਤੇ ਕਾਲ ਕਰ ਦਿਓ, ਜਸਟ ਦਿਸ ਇਜ਼ ਦਾ ਨੰਬਰ 98157। ਇੱਥੇ ਤੁਹਾਨੂੰ ਸਾਰੀ ਜਾਣਕਾਰੀ ਮਿਲਣ ਵਾਲੀ ਹੈ ਇਸ ਬੈਚ ਦੇ ਰਿਲੇਟਡ। ਠੀਕ ਹੈ ਜੀ, ਸੋ ਇਸ ਕੁਐਸਚਨ ਨੂੰ ਤੁਸੀਂ ਸੋਲਵ ਕਰਨਾ ਹੈਗਾ, ਔਰ ਇੰਪੋਰਟੈਂਟਲੀ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਜਿਹੜਾ ਹੈ ਇਨਵੋਲਵ ਹੋ ਕੇ ਇਹਨਾਂ ਚੀਜ਼ਾਂ ਨੂੰ ਆਨਸਰੇਬਲ ਹੋਣਾ ਹੈਗਾ, ਇਹਨਾਂ ਚੀਜ਼ਾਂ ਦੇ ਲਈ।